ਦੀਪ ਸਿੱਧੂ ਤੇ ਵੀ ਸਵਾਲ ਕਰਦੇ ਹੋਣ ਕਿ ਤੁਹਾਡੇ ਇੱਥੇ ਮੋਰਚਾ ਲਾਉਣ ਦੇ ਨਾਲ ਕੀ ਇਹ ਜਿਹੜੇ ਕਾਨੂੰਨ ਬਣੇ ਨੇ ਇਹ ਵਾਪਸ ਹੋ ਜਾਣਗੇ? ਵੀ ਕੱਲੇ ਇਹ ਬਿੱਲ ਨਹੀਂ, ਇਸ ਤੋਂ ਬਾਅਦ ਵੀ ਬੜਾ ਕੁਝ ਹੋਣਾ। ਬੋਲੋ ਬਈ। ਪੋਲੀਟੀਕਲ ਬੰਦਿਆਂ ਨੇ ਸਾਡਾ ਵਿਵੇਕ ਇੰਨਾ ਕੁ ਮਾਰ ਦਿੱਤਾ ਵੀ ਸਾਡੇ ਤੇ ਹਮਲਾ ਵੀ ਹੋ ਜਾਂਦਾ ਨਾ ਕਿਸੇ ਵੀ ਪ੍ਰਕਾਰ ਦਾ ਤੇ ਸਾਨੂੰ ਪਤਾ ਹੀ ਨਹੀਂ ਜੇ ਲੱਗਦਾ। ਕੋਈ ਆ ਜਾਂਦਾ ਹੈ, ਤੁਹਾਨੂੰ ਆਟਾ ਦਾਲ ਤੁਸੀਂ ਖੁੱਲ ਕੇ ਕਹੋ ਵੀ ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਕੇ ਨੌਕਰੀਆਂ ਦਿਓ, ਸਾਥੋਂ ਆਟਾ ਦਾਲ ਨਾ ਲਿਆ ਜਾਵੇਗਾ। ਬੋਲੋ ਬਈ। ਉਹ ਇਹਨਾਂ ਨੇ ਜੇ ਕਰਨਾ ਲੀਡਰਾਂ ਦੇ ਘਰ ਘੇਰਨ, ਉਹ ਤੇ ਇਹਨਾਂ ਕੋਲ ਹੁੰਦਾ ਨਹੀਂ, ਪਤਾ ਉੱਥੇ ਡਾਂਗ ਪੈਣੀ ਹੈ, ਦੁਖੀ ਸਾਨੂੰ ਕੀ। ਸਿਆਣਾ ਆਗੂ ਉਹ ਹੁੰਦਾ ਹੈ ਜਿਹੜਾ ਘੱਟ ਨੁਕਸਾਨ ਕਰਵਾਏ ਦੇ ਉੱਪਰ ਤੁਹਾਨੂੰ ਵੱਡਾ ਫਾਇਦਾ ਲੈ ਕੇ ਦੇ ਦੇਵੇ। ਕਹਿੰਦੇ ਆ ਹੁਣ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਉਹ ਲਾਗੂ ਨਹੀਂ ਹੁੰਦੀ, ਹਰ ਸਰਕਾਰ ਤੁਹਾਨੂੰ ਇੱਕ ਲੋਲੀਪੌਪ ਦੇ ਦਿੰਦੀ ਹੈ। ਫਤਿਹ ਦੀ ਸਾਂਝ ਪਾਈਏ ਔਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਵੀ ਗੂੰਜ ਚੰਗੀ ਪੈਣੀ ਚਾਹੀਦੀ ਹੈ ਤੁਹਾਡੀ। ਗੱਜ ਵੱਜ ਕੇ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵੀਰ ਮੈਨੂੰ ਵੀ ਸਵਾਲ ਕਰਦੇ ਨੇ ਤੇ ਹੋ ਸਕਦਾ ਮੇਰੇ ਵੀਰ ਦੀਪ ਸਿੱਧੂ ਤੇ ਵੀ ਸਵਾਲ ਕਰਦੇ ਹੋਣ ਕਿ ਤੁਹਾਡੇ ਇੱਥੇ ਮੋਰਚਾ ਲਾਉਣ ਦੇ ਨਾਲ ਕੀ ਇਹ ਜਿਹੜੇ ਕਾਨੂੰਨ ਬਣੇ ਨੇ ਇਹ ਵਾਪਸ ਹੋ ਜਾਣਗੇ? ਦੇਖੋ ਆਪਾਂ ਕਈ ਵਾਰੀ ਨਾ ਬਿਲਕੁਲ ਅਖੀਰ ਤੇ ਅਪੜ ਜਾਂਦੇ ਆ। ਕਈ ਪ੍ਰਕਾਰ ਦੇ ਸਵਾਲ, ਮੈਂ ਕਹਿੰਦਾ ਮੇਰੇ ਤੇ ਸਵਾਲ, ਭਾਈ ਸਾਹਿਬ ਏਜੰਡਾ ਇੱਕ ਹੈ, ਮੋਰਚੇ 3 ਜਗ੍ਹਾ ਦੇ ਉੱਪਰ ਕਿਉਂ ਨੇ? ਮੈਂ ਕਿਹਾ ਵੀ ਪਹਿਲੀ ਗੱਲ ਤੇ ਮੈਂ ਐਸੇ ਸਮੇਂ ਦੇ ਉੱਪਰ ਕਿੰਤੂ ਨਹੀਂ ਕਰਨਾ ਚਾਹੁੰਦਾ। ਜੇ 3 ਦੇ ਵੀ 4 ਹੋ ਜਾਣਗੇ ਮੈਨੂੰ ਕੋਈ ਦਿੱਕਤ ਨਹੀਂ, ਪਰ ਏਜੰਡਾ ਇੱਕ ਹੋਣਾ ਚਾਹੀਦਾ, ਆਪਸ ਦੇ ਵਿੱਚ ਨਾ ਉਲਝੀਏ। ਬੋਲੋ ਬਈ, ਸਹਿਮਤ ਹੋ ਇਸ ਗੱਲ ਦੇ ਨਾਲ? ਆਪਸ ਦੇ ਵਿੱਚ ਨਾ ਉਲਝੀਏ, ਏਜੰਡਾ ਸਾਡਾ ਇੱਕ ਹੋਣਾ ਚਾਹੀਦਾ ਹੈ, ਗੱਲ ਹੀ ਕੋਈ ਨਹੀਂ। ਔਰ ਅਗਲੀ ਗੱਲ ਮੈਂ ਕਰਾਂ, ਜਿਹੜੇ ਵੀਰ ਬਾਰ-ਬਾਰ ਪੁੱਛਦੇ ਨੇ ਵੀ ਤੁਹਾਡੇ ਇਕੱਠ ਕਰਨ ਦੇ ਨਾਲ, ਤੁਹਾਡੇ ਇੱਥੇ ਮੋਰਚਾ ਲਾਉਣ ਦੇ ਨਾਲ, ਤੁਹਾਡੇ ਆਉਣ ਜਾਣ ਦੇ ਨਾਲ ਕਹਿੰਦੇ ਕੀ ਗੱਲ ਇਹ ਬਿੱਲ ਵਾਪਸ ਹੋ ਜਾਣਗੇ? ਦੇਖੋ ਗੱਲ ਕੱਲੇ ਇਹਨਾਂ ਕਾਨੂੰਨਾਂ ਦੀ ਨਾ ਕਰੀਏ, ਬੇਨਤੀ ਹੈ ਮੇਰੀ, ਬੜੀ ਬਰੀਕੀ ਨਾਲ ਸਮਝਿਆ ਜੇ। ਚੈਲੰਜ ਇੱਕ ਤੋਂ ਇੱਕ ਆਉਂਦਾ ਹੀ ਰਹਿੰਦਾ। ਇਸ ਤੋਂ ਪਹਿਲਾਂ ਵੀ ਬੜੇ ਆਏ ਨੇ, ਇਹ ਵੀ ਆਇਆ ਤੇ ਇਸ ਤੋਂ ਅੱਗੇ ਵੀ ਆਉਣਗੇ। ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਰਦਾ ਮੈਂ। ਫਸਟ ਟਾਈਮ ਮੇਰਾ ਇੱਕ ਜਗ੍ਹਾ ਤੇ ਬੜਾ ਭਾਰੀ ਵਿਰੋਧ ਹੋ ਗਿਆ, ਔਰ ਮੇਰੇ ਵਿਰੋਧ ਹੁੰਦੇ ਨੇ, ਮੇਰੇ ਨਾਲ ਜਾਣ ਵਾਲੇ ਵੀਰਾਂ ਨੂੰ ਪਤਾ ਹੈ ਮੇਰੇ ਵਿਰੋਧ ਹੁੰਦੇ ਨੇ। ਇੱਕ ਜਗ੍ਹਾ ਤੇ ਬੜਾ ਭਾਰੀ ਵਿਰੋਧ ਹੋ ਗਿਆ। ਮੈਂ ਆਪਣੇ ਪਿਤਾ ਜੀ ਨੂੰ ਆ ਕੇ ਦੱਸਿਆ, ਮੈਂ ਕਿਹਾ ਜੀ ਮੇਰਾ ਫਸਟ ਟਾਈਮ ਅੱਜ ਵਿਰੋਧ ਹੋਇਆ। ਉਹਨਾਂ ਨੇ ਗੱਲ ਬੜੀ ਪਿਆਰੀ ਕਹੀ, ਕਹਿਣ ਲੱਗੇ ਕਾਕਾ ਜੇ ਮੁੱਦੇ ਚੁੱਕਣੇ ਨੇ, ਮੁੱਦਿਆਂ ਦੀ ਗੱਲ ਕਰਨੀ ਹੈ, ਅੱਜ ਦੇ ਸਮੇਂ ਦੀ ਗੰਦੀ ਰਾਜਨੀਤੀ ਦੀ ਗੱਲ ਕਰਨੀ ਹੈ, ਕਹਿਣ ਲੱਗੇ ਫਿਰ ਤੇਰਾ ਇੱਕ ਜਗ੍ਹਾ ਦੇ ਉੱਪਰ ਨਹੀਂ ਕਈ ਜਗ੍ਹਾ ਵਿਰੋਧ ਹੋ ਸਕਦਾ ਹੈ, ਤੈਨੂੰ ਖੁਦ ਨੂੰ ਮੈਂਟਲੀ ਪ੍ਰਪੇਅਰ ਹੋ ਕੇ ਚੱਲਣਾ ਪੈਣਾ। ਮੈਨੂੰ ਬਾਪੂ ਦੀ ਗੱਲ ਯਾਦ ਆਈ, ਮੈਂ ਕਿਹਾ ਵਾਕਈ ਮੈਨੂੰ ਮੈਂਟਲੀ ਪ੍ਰਪੇਅਰ ਹੋ ਕੇ ਚੱਲਣਾ ਚਾਹੀਦਾ। ਉਹੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਇੱਥੋਂ ਆਪਣਾ ਵਿਵੇਕ ਘੜ ਕੇ ਜਾਓ। ਇਹ ਕੱਲਾ ਇਹ ਚੈਲੰਜ ਨਹੀਂ, ਇਸ ਤੋਂ ਬਾਅਦ ਵੀ ਚੈਲੰਜ ਆਉਣਗੇ। ਮਤ ਸਮਝੋ ਕਿ ਕੱਲੇ ਤੇ ਉਹਨਾਂ 3 ਕਾਨੂੰਨਾਂ ਦੀ ਗੱਲ ਹੈ। ਮੈਨੂੰ ਇੰਜ ਲੱਗਦਾ ਪਿਆ ਵੀ ਇੱਥੋਂ ਤੁਹਾਡੀ ਤਿਆਰੀ ਕੀਤੀ ਜਾ ਰਹੀ ਹੈ, ਤੁਹਾਨੂੰ ਘੜਿਆ ਜਾ ਰਿਹਾ ਹੈ। ਹੁਣ ਮਨ ਦੇ ਵਿੱਚ ਖਿਆਲ ਆਵੇਗਾ ਵੀ ਉਹ ਕਿਵੇਂ? ਦੇਖੋ ਪੱਤਰਕਾਰ ਵੀ ਆ ਤੇ ਪ੍ਰਚਾਰਕ ਵੀ ਆ। ਮੈਂ ਤੁਹਾਨੂੰ ਇਤਿਹਾਸ ਦੇ ਵਿੱਚੋਂ ਵੀ 1-2 ਉਦਾਹਰਨਾਂ ਦਿਆਂਗਾ ਤੇ ਅਜੋਕੇ ਸਮੇਂ ਦੀਆਂ ਦਿਆਂਗਾ। ਇੱਕ ਚੀਜ਼ ਸਾਰੇ ਚੇਤੇ ਰੱਖਿਆ ਜੇ, ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਦਿੱਲੀ ਦੀ ਧਰਤੀ ਤੇ ਸ਼ਹਾਦਤ ਹੁੰਦੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਗੋਬਿੰਦ ਰਾਏ ਨਾਮ ਸੀ ਉਦੋਂ, ਉਹਨਾਂ ਦੀ ਏਜ ਕਿੰਨੀ ਸੀ? ਇਤਿਹਾਸਕਾਰ ਲਿਖਦੇ ਨੇ 9 ਸਾਲ। ਕਿੰਨੀ ਜੀ? 9 ਸਾਲ। ਤੇ ਜਦੋਂ ਸਤਿਕਾਰਯੋਗ ਮਾਤਾ ਗੁਜਰੀ ਜੀ ਨੇ, ਵੈਸੇ ਮੈਂ ਮਾਤਾ ਗੁਜਰੀ ਜੀ ਦੀ ਜਦੋਂ ਹਿਸਟਰੀ ਪੜ੍ਹਦਾ ਮਾਨਾ ਤੇ ਮੇਰਾ ਅੰਦਰ ਮੇਰੇ ਤੇ ਬੜੇ ਵੱਡੇ ਸਵਾਲ ਕਰਦਾ ਹੈ। ਅੱਜ ਜਿੰਨੇ ਮੇਰੇ ਵੀਰ ਭਰਾ ਬੈਠੇ ਨੇ, ਸਾਡੇ ਘਰ ਕਿਤੇ 1 ਸਾਲ ਲਾਦ ਨਾ ਹੋਵੇ, ਮੈਨੂੰ ਲੱਗਦਾ ਵੀ ਅਸੀਂ ਡਾਕਟਰ ਕੋਈ ਨਹੀਂ ਛੱਡਦੇ। ਜੇ 2 ਸਾਲ ਨਾ ਹੋਵੇ, ਮੈਨੂੰ ਲੱਗਦਾ ਅਸੀਂ ਬਾਬਾ ਕੋਈ ਨਹੀਂ ਛੱਡਦੇ। ਮੈਨੂੰ ਵੀ ਕਈ ਵਾਰੀ ਕਿਸੇ ਘਰ 'ਚ ਬੈਠੇ ਹੋਈਏ ਨਾ, ਕਹਿੰਦੇ ਬਾਬਾ ਜੀ ਸਾਡੀ ਨੂੰਹ ਰਾਣੀ ਹੈ, ਝੋਲੀ ਦੇ ਵਿੱਚ ਫਲ ਪਾਓ। ਮੈਂ ਕਿਹਾ ਜੀ ਫਲ ਖਾਣ ਵਾਲਾ ਵਾ, ਝੋਲੀਆਂ 'ਚ ਪਾਉਣ ਵਾਲਾ ਬਾਬਾ ਨਹੀਂ ਮੈਂ। ਮੈਨੂੰ ਕਹਿਣਾ ਪੈਂਦਾ ਸਾਡੇ ਪਹਿਲੇ ਸਾਲ ਘਰ ਦੇ ਵਿੱਚ ਲਾਦ ਨਾ ਹੋਵੇ, ਅਸੀਂ ਡਾਕਟਰ ਕੋਈ ਨਹੀਂ ਛੱਡਦੇ। ਦੂਜੇ ਸਾਲ ਨਾ ਹੋਵੇ, ਅਸੀਂ ਕੋਈ ਬਾਬਾ ਨਹੀਂ ਛੱਡਦੇ। ਜੇ ਤੀਜੇ ਸਾਲ ਨਾ ਹੋਵੇ ਤਾਂ ਅਸੀਂ ਤਾਂਤਰਿਕਾਂ ਦੇ ਚੱਕਰ ਦੇ ਵਿੱਚ ਵੀ ਪੈ ਜਾਂਦੇ ਹਾਂ। ਔਰ ਹਕੀਕਤ ਸਾਡੇ ਪੰਜਾਬ ਦੇ ਹਾਲਾਤ ਐਸੇ ਨੇ। ਅਸੀਂ ਗੁਰੂਆਂ ਦੀ ਵਿਚਾਰਧਾਰਾ ਛੱਡ ਕੇ ਕਿਹੜੇ ਰਾਹਾਂ ਦੇ ਉੱਪਰ ਤੁਰ ਪਏ। ਹੁਣ ਇੱਕ ਛੋਟੀ ਜਿਹੀ ਵਿਚਾਰਧਾਰਾ ਲਿਆ ਜੇ, ਮੈਂ ਹਿਸਟਰੀ ਪੜ੍ਹੀ ਤੇ ਮੈਨੂੰ ਪਤਾ ਲੱਗਾ ਵੀ ਮਾਤਾ ਗੁਜਰੀ ਜੀ
ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਆਨੰਦ ਕਾਰਜ ਹੋਇਆ ਨਾ, ਆਨੰਦ ਕਾਰਜ ਤੋਂ 32 ਸਾਲਾਂ ਬਾਅਦ ਕੁੱਖ ਨੂੰ ਭਾਗ ਲੱਗਦਾ ਹੈ ਤੇ ਘਰ ਦੇ ਵਿੱਚ ਪ੍ਰਮਾਤਮਾ ਪੁੱਤਰ ਦੀ ਦਾਤ ਬਖਸ਼ਦੀ ਹੈ। ਤੇ ਉਹ ਜਿਹੜੇ 32 ਸਾਲ ਨੇ ਮਾਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਦੇ ਨੇ। ਕਿਉਂਕਿ ਜਦੋਂ ਮੈਂ ਹਿਸਟਰੀ ਪੜ੍ਹਦਾ ਪੁੰਨਾ ਸਾਂ, ਮੈਂ ਸੋਚਣਾ ਵੀ ਮਾਤਾ ਜੀ 80 ਨੂੰ ਢੁੱਕੇ ਨੇ, ਸਰਹੰਦ ਆਪਣੇ ਲਾਗੇ ਹੈ, ਮਾਤਾ ਜੀ ਦੀ ਏਜ 80 ਸਾਲ ਹੈ ਤੇ ਸਾਹਿਬਜ਼ਾਦੇ 7 ਤੇ 9 ਸਾਲ ਦੇ ਨੇ। ਇਹ ਇੰਨਾ ਡਿਫਰੈਂਸ ਕਿਵੇਂ ਹੋ ਸਕਦਾ ਹੈ? ਤੇ ਹਿਸਟਰੀ ਪੜ੍ਹਨ ਤੇ ਪਤਾ ਲੱਗਾ ਵੀ ਤੂੰ ਵਿਚਲੇ 32 ਸਾਲ ਤੇ ਕਾਊਂਟ ਕਰਦਾ ਹੀ ਨਹੀਂ ਪਿਆ। ਕਿਉਂਕਿ ਜਦੋਂ ਮਾਤਾ ਜੀ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨਾਲ ਆਨੰਦ ਕਾਰਜ ਹੋਇਆ ਨਾ, ਤੇ 32 ਸਾਲਾਂ ਬਾਅਦ ਕੁੱਖ ਨੂੰ ਭਾਗ ਲੱਗਦਾ ਹੈ। ਕਿੱਡਾ ਵੱਡਾ ਜਿਗਰਾ। ਤੇ ਇੱਥੇ ਮੈਂ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਮੈਂ ਨਾ, ਜਦੋਂ ਮਾਤਾ ਜੀ ਨੇ 9 ਸਾਲ ਦਾ ਸਪੁੱਤਰ ਹੈ ਤੇ 32 ਸਾਲਾਂ ਦੇ ਮਗਰੋਂ ਕੁੱਖ ਨੂੰ ਭਾਗ ਲੱਗਾ, ਤੇ ਜਦੋਂ ਮਾਂ ਨੇ ਆਪਣੀ ਝੋਲੀ ਦੇ ਵਿੱਚ ਪਤੀ ਦਾ ਸੀਸ ਪਵਾਇਆ ਨਾ, ਤੇ ਮਾਤਾ ਦੇ ਸਾਹਮਣੇ ਅੰਦਾਜ਼ਾ ਲਾ ਕੇ ਵੇਖਿਆ ਜੇ ਕਿੱਡੇ ਵੱਡੇ ਵੱਡੇ ਚੈਲੰਜ ਸੀ। ਇੱਕ ਤੇ ਇਹ ਵੀ ਹੋ ਸਕਦਾ ਹੈ ਵੀ ਅੱਜ ਮੇਰਾ ਪਤੀ ਸ਼ਹੀਦ ਹੋ ਗਿਆ, ਮੇਰੇ ਕੋਲ ਇਕੱਲਾ ਪੁੱਤਰ ਹੈ, ਮੈਂ ਇਹ ਆਨੰਦਪੁਰ ਛੱਡ ਕੇ ਚਲੀ ਜਾਵਾਂ। ਹੋ ਸਕਦਾ ਖਿਆਲ ਆਇਆ ਹੋਵੇ। ਬੇਨਤੀ ਸਮਝਿਆ ਜੀ। ਇੱਕ ਐਸੀ ਹਕੂਮਤ ਦੇ ਨਾਲ ਸਮਝੌਤਾ ਕਰ ਲਈਏ। ਹੋ ਸਕਦਾ ਹੈ ਅੱਜ ਬਹੁਤਾਤ ਮੈਂ ਕਹਿੰਦਾ ਮੇਰਾ ਪਰਿਵਾਰ ਮੈਨੂੰ ਕਈ ਵਾਰੀ ਕਹਿ ਦਿੰਦਾ ਹੈ ਵੀ ਪੰਗੇ ਜ਼ਿਆਦੇ ਨੇ ਗਾ, ਬੱਚਿਆਂ ਨੂੰ ਦਿੱਕਤਾਂ ਆ ਸਕਦੀਆਂ ਨੇ। ਹਕੀਕਤ ਹੈ, ਇਹ ਕਹਿੰਦੇ ਨੇ। ਦੀਪ ਸਿੱਧੂ ਵੀਰ ਨੂੰ ਬੜੇ ਕਹਿੰਦੇ ਹੋਣਗੇ ਵੀ ਤੂੰ ਤੇ ਭਾਈ ਮੁੰਬਈ ਚਲੇ ਜਾਣਾ, ਸਿਆਪਾ ਸਾਡੇ ਗੱਲ ਦਾ ਪਾ ਜਾਏਗਾ। ਹੋ ਸਕਦਾ ਇਹੋ ਜਿਹੀਆਂ ਗੱਲਾਂ ਆਈਆਂ ਹੋਣ, ਹੁੰਦੀਆਂ ਨੇ ਜੀ। ਮਾਤਾ ਜੀ ਉਸ ਵੇਲੇ ਸੋਚ ਇਹ ਐਸਾ ਵੀ ਖਿਆਲ ਹੋ ਸਕਦਾ ਆਇਆ ਹੋਵੇ ਹਕੂਮਤ ਦੇ ਨਾਲ ਸਮਝੌਤਾ ਕਰ ਲਈਏ, ਜਾਂ ਇਹ ਵੀ ਖਿਆਲ ਕਿਸੇ ਨੇ ਦਿੱਤਾ ਹੋਵੇ ਵੀ ਮਾਤਾ ਜੀ ਆਪਾਂ ਆਨੰਦਪੁਰ ਛੱਡ ਜਾਈਏ, ਕਿਉਂਕਿ 32 ਸਾਲਾਂ ਮਗਰੋਂ ਘਰ ਦੇ ਵਿੱਚ ਇਸ ਪੁੱਤਰ ਆਇਆ, ਆਪਾਂ ਇਹ ਵੀ ਕਿਤੇ ਗਵਾ ਨਾ ਲਈਏ। ਪਰ ਮਾਤਾ ਜੀ ਦੇ ਮਨ ਦੇ ਵਿੱਚ ਜਿਹੜਾ ਵੱਡਾ ਖਿਆਲ ਆਇਆ, ਉਹ ਕਹਿੰਦੇ ਨਹੀਂ, ਜੇ ਬਾਦਸ਼ਾਹ ਔਰੰਗਜ਼ੇਬ ਆਪਣੇ ਵਕਤ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਹੈ, ਜੇ ਸਾਡੀ ਲੜਾਈ ਔਰੰਗਜ਼ੇਬ ਦੇ ਨਾਲ ਹੈ, ਏਡੇ ਵੱਡੇ ਸ਼ਕਤੀਸ਼ਾਲੀ ਸ਼ਾਸਕ ਦੇ ਨਾਲ ਹੈ, ਤੇ ਮੈਂ ਆਪਣੇ ਪੁੱਤਰ ਦੀ ਤਿਆਰੀ ਵੀ ਉਸ ਪੱਧਰ ਦੀ ਕਰਵਾਵਾਂਗੀ। ਬਸ ਆਹ ਚੀਜ਼ ਅੱਜ ਸਮਝ ਲਵੋ। ਸਮਝੋ ਹੁਣ। ਦੇਖੋ ਮਾਤਾ ਜੀ ਕਹਿੰਦੇ ਵੀ ਇੱਕ ਇਹ ਹੈ ਵੀ ਦੌੜ ਜਾਓ, ਉਹ ਕੰਮ ਅਸੀਂ ਕਰਨਾ ਨਹੀਂ। ਇੱਕ ਸਮਝੌਤਾ ਕਰ ਲਵੋ, ਉਹ ਕੰਮ ਅਸੀਂ ਕਰਨਾ ਨਹੀਂ। ਤੀਜਾ ਇਹ ਹੈ ਵੀ ਜੇ ਏਡਾ ਵੱਡਾ ਸ਼ਕਤੀਸ਼ਾਲੀ ਸ਼ਾਸਕ ਹੈ ਤੇ ਮੈਂ ਆਪਣੇ ਪੁੱਤਰ ਦੀ ਤਿਆਰੀ ਵੀ ਉਸ ਕਿਸਮ ਦੀ ਕਰਵਾਵਾਂ ਜਿਹੜੀ ਏਡੀ ਵੱਡੀ ਲੜਾਈ ਨੂੰ ਲੜ ਸਕਦਾ ਹੋਵੇ। ਬਸ ਆਹ ਚੈਲੰਜ ਤੁਹਾਨੂੰ ਇੱਥੋਂ ਦਿੱਤਾ ਜਾਂਦਾ। ਤੁਹਾਡੀ ਤਿਆਰੀ ਹੈ ਵੀ ਕੱਲੇ ਇਹ ਬਿੱਲ ਨਹੀਂ, ਇਸ ਤੋਂ ਬਾਅਦ ਵੀ ਬੜਾ ਕੁਝ ਹੋਣਾ। ਬੋਲੋ ਬਈ। ਜੇ ਇੱਕ ਲਹਿਰ ਸਮੁੰਦਰ ਦੀ ਕਿਨਾਰੇ ਵਾਲੇ ਪਾਸੇ ਨੂੰ ਤੁਰਦੀ ਹੈ ਤੇ ਇੱਕ ਨੇ ਕਿਨਾਰੇ ਦਾ ਮੂੰਹ ਚੁੰਮਿਆ ਨਹੀਂ ਹੁੰਦਾ, ਦੂਜੀ ਮਗਰ ਤਿਆਰ ਹੁੰਦੀ ਹੈ। ਬੋਲੋ ਬਈ। ਦੂਜੀ ਨੇ ਆ ਕੇ ਕਿਨਾਰੇ ਨਾਲ ਮੱਥਾ ਭੰਨਿਆ ਨਹੀਂ ਹੁੰਦਾ, ਮਗਰ ਤੀਜੀ ਤਿਆਰ ਹੁੰਦੀ ਹੈ। ਪ੍ਰੋਬਲਮਸ ਕਦੀ ਖਤਮ ਨਹੀਂ ਹੋਣੀਆਂ। ਹੋਣਗੀਆਂ ਕਦੀ ਖਤਮ? ਬੋਲੋ ਬਈ। ਹੋਣਗੀਆਂ? ਨਹੀਂ ਹੋਣੀਆਂ। ਫਿਰ ਕਰਨਾ ਕੀ ਪੈਣਾ? ਬਰਸਾਤ ਹੈ, ਹੋ ਰਹੀ ਹੈ, ਮੈਂ ਬਰਸਾਤ ਨਹੀਂ ਰੋਕ ਸਕਦਾ। ਛਤਰੀ ਲੈ ਕੇ ਬਚਾਅ ਹੋ ਸਕਦਾ, ਕੱਪੜੇ ਭੇਜਣ ਤੋਂ ਬਚਾਅ ਹੋ ਸਕਦਾ। ਇੰਨਾ ਕੰਮ ਆਪਾਂ ਕਰ ਲਈਏ। ਮੇਰੇ ਕਹਿਣ ਤੋਂ ਇੱਕ ਭਾਵ ਹੈ ਕਿ ਚੈਲੰਜ ਇੱਕ ਨਹੀਂ, ਰੋਜ਼ ਤੁਹਾਡੇ ਅੱਗੇ ਆਉਂਦੇ ਰਹਿਣੇ ਨੇ। ਤੁਸੀਂ ਆਪਣੀ ਤਿਆਰੀ ਕਰਦੇ ਰਹੋ, ਆਪਣਾ ਵਿਵੇਕ ਬਣਾਉਂਦੇ ਰਹੋ। ਸਮੇਂ ਸਮੇਂ ਦੇ ਉੱਪਰ ਸਟ੍ਰੈਟਜੀ ਜਿਹੜੀ ਉਹ ਬਦਲਦੀ ਗਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਏਡਾ ਵੱਡਾ ਘੇਰਾ ਪੈ ਜਾਂਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ। ਇੱਕ ਅੰਦਾਜ਼ਾ ਲਾ ਕੇ ਵੇਖਿਆ ਜੇ, ਸੱਚੇ ਪਾਤਸ਼ਾਹ ਨੇ ਉਸ ਤੋਂ ਪਹਿਲਾਂ 5 ਕਿਲੇ ਤਿਆਰ ਕੀਤੇ। ਹੁਣ ਕਈ ਸੱਜਣ ਕਹਿ ਦਿੰਦੇ ਲਓ ਜੀ ਇਹਨਾਂ ਮੋਰਚਿਆਂ ਤੇ ਰਾਗੀਆਂ ਢਾਡੀਆਂ ਦਾ ਕੀ ਕੰਮ ਹੈ। ਹੋ ਸਕਦਾ ਦੀਪ ਸਿੱਧੂ ਵੀਰ ਤਾਂ ਗੱਲ ਆਈ ਹੋਵੇ, ਇੱਥੋਂ ਆਪਾਂ ਕੋਈ ਨਵੀਂ ਸਟ੍ਰੈਟਜੀ ਦਈਏ ਔਰ ਦੇ ਵੀ ਨਹੀਂ ਪਾਉਂਦੇ ਪਏ, ਜਾਂ ਤੇ ਦੇ ਕੇ ਜਾਣ, ਅਸੀਂ ਹੱਥ ਖੜੇ ਕਰਕੇ ਕਹੀਏ ਵੀ ਹਾਂ ਬਹੁਤ ਕਮਾਲ ਕਰ ਦਿੱਤੀ, ਪਰ ਇਹ ਕਹਿ ਦੇਣਾ ਵੀ ਇਸ ਮੋਰਚੇ ਤੇ ਰਾਗੀਆਂ ਢਾਡੀਆਂ ਦਾ ਕੀ ਕੰਮ ਹੈ। ਇੱਕ ਚੇਤੇ ਰੱਖਿਆ ਜੇ, ਹਿਸਟਰੀ ਵਿੱਚ ਬੜਾ ਕੁਝ ਹੈ ਜਿਹੜਾ ਤੁਹਾਡੇ ਅੱਜ ਨੂੰ ਬਦਲਦਾ ਹੈ। ਹਾਂ, ਉਹਦੀ ਪੇਸ਼ਕਾਰੀ ਹੋਣੀ ਚਾਹੀਦੀ। ਜੇ ਤੇ ਬੁਲਾਰੇ ਕੋਲ ਪੇਸ਼ਕਾਰੀ ਹੈ ਤੇ ਗੱਲ ਤੁਹਾਡੇ ਖਾਨੇ ਪੈ ਜਾਏਗੀ, ਜੇ ਪੇਸ਼ਕਾਰੀ ਨਹੀਂ ਹੈ ਤੇ ਗੱਲ ਤੁਹਾਡੇ ਖਾਨੇ ਨਹੀਂ ਪੈ ਸਕਦੀ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਟ੍ਰੈਟਜੀ ਨੂੰ ਸਮਝਿਆ, ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਵੀ ਇਹਨਾਂ ਦੇ ਨਾਲ ਲੜਨ ਦੇ ਲਈ, ਆਪਣੇ ਹੱਕ ਲੈਣ ਦੇ ਲਈ, ਸਤਿਗੁਰੂ ਕਹਿੰਦੇ ਵੀ ਸਾਨੂੰ ਸਾਰਿਆਂ ਨੂੰ ਸੰਗਠਿਤ ਹੋਣਾ ਪੈਣਾ ਹੈ। ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਵੀ ਇਹੀ ਗੱਲ ਕੀਤੀ, ਪੜੋ ਜੁੜੋ ਸੰਗਠਿਤ ਹੋਵੋ, ਹਨਾ। ਹਾਂ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਵਿਚਾਰਧਾਰਾ ਦਿੱਤੀ ਵੀ ਤੁਹਾਨੂੰ ਇਕੱਠੇ ਹੋਣਾ ਪੈਣਾ ਹੈ। ਇਸ ਤੋਂ ਪਹਿਲਾਂ ਪਤਾ ਕੀ ਹੁੰਦਾ ਸੀ, ਆਮ ਕਰਕੇ
ਵੱਡੇ ਜਿਹੜੇ ਘਰ ਹੁੰਦੇ ਸੀ ਨਾ, ਆਪਣੇ ਆਪ ਨੂੰ ਅਖੌਤੀ ਉੱਚ ਜਾਤੀਆਂ, ਗੁਰਮਤ ਵਿੱਚ ਕੁਝ ਨਹੀਂ ਐਸਾ। ਗੁਰਮਤ ਕਹਿੰਦੀ ਜਾਣ ਹੋ ਜੋਤ ਨਾ ਪੁੱਛੋ ਜਾਤੀ, ਸਭਨਾਂ ਵਿੱਚ ਪਰਮਾਤਮਾ ਦੀ ਜੋਤ ਜਾਣੋ, ਕਿਸੇ ਦੀ ਜਾਤ ਨਾ ਪੁੱਛੋ। ਉਹ ਪਤਾ ਕੀ ਕਰਦੇ ਹੁੰਦੇ ਸੀ? ਮਾੜਿਆਂ ਦੇ ਭਾਂਡੇ ਵੱਖਰੇ, ਭਾਂਡੇ ਵੱਖਰੇ। ਤੇ ਇੱਥੋਂ ਤੱਕ ਵੀ ਨਿਆਣਿਆਂ ਨੂੰ ਕਿਹਾ ਜਾਂਦਾ ਹੁੰਦਾ ਸੀ ਵੀ ਕਿਤੇ ਆਹ ਕੰਮੀ ਦਾ ਭਾਂਡਾ ਚੁੱਕ ਕੇ ਆਪਣੇ ਭਾਂਡਿਆਂ ਵਾਲੇ ਟੋਕਰੇ 'ਚ ਨਾ ਰੱਖਦੀ, ਆਪਣੇ ਭਾਂਡੇ ਪਿੱਟੇ ਜਾਣਗੇ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਜੇ ਕੋਈ ਬੰਦਾ ਜਿਹਨੂੰ ਤੁਸੀਂ ਅਖੌਤੀ ਨੀਵੀਂ ਜਾਤ ਕਹਿੰਦੇ ਹੋ, ਤੁਹਾਡੇ ਭਾਂਡੇ ਨੂੰ ਮੂੰਹ ਲਾ ਜਾਵੇ ਤੇ ਤੁਸੀਂ ਕਹਿੰਦੇ ਹੋ ਮੇਰਾ ਭਾਂਡਾ ਪਿੱਟਿਆ ਗਿਆ, ਸੱਚੇ ਪਾਤਸ਼ਾਹ ਕਹਿੰਦੇ ਬਾਟਾ ਇੱਕ ਤਿਆਰ ਕਰਾਂਗਾ, ਮੂੰਹ ਲਾਉਣ ਵਾਲੇ ਲੱਖਾਂ ਹੋਣਗੇ, ਤੁਹਾਡੇ ਭਾਂਡੇ ਤੇ ਪਿੱਟੇ ਜਾਂਦੇ ਨੇ ਪਰ ਮੇਰਾ ਬਾਟਾ ਨਹੀਂ ਪਿੱਟਿਆ ਜਾਵੇਗਾ। ਇਹ ਕੀ ਸੀ? ਸਾਨੂੰ ਸਮਝ ਪਈ ਵੀ ਸਾਡੇ ਹੱਕ ਸਾਨੂੰ ਸਰਕਾਰੇ ਦਰਬਾਰੇ ਨਹੀਂ ਮਿਲਣੇ, ਸਾਡੇ ਹੱਕਾਂ ਦੀ ਸ਼ੁਰੂਆਤ ਆਨੰਦਪੁਰ ਸਾਹਿਬ ਤੋਂ ਹੋਵੇਗੀ। ਸਾਨੂੰ ਸਮਝ ਪੈ ਗਈ, ਅਸੀਂ ਸੰਗਠਿਤ ਹੋਏ। ਉਸ ਤੋਂ ਬਾਅਦ ਅਸੀਂ ਵੱਡੀਆਂ ਵੱਡੀਆਂ ਜੰਗਾਂ ਲੜੀਆਂ, ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਇੱਕ ਵਕਤ ਐਸਾ ਆ ਗਿਆ ਜਦੋਂ ਸਾਡੀ ਗਿਣਤੀ 40 ਸੀ ਤੇ ਦੂਜੇ ਪਾਸੇ 10 ਲੱਖ ਦਾ ਮਲਖਈਆ ਸੀ। ਬੋਲੋ ਬਈ ਸੀ। ਇੱਕ ਪਲ ਦੀ ਸੋਚਦਾ ਸਾਂ ਬੈਠਾ, ਮੈਂ ਹਿਸਟਰੀ ਨੂੰ ਕੱਲਾ ਪੜ੍ਹਦਾ ਨਹੀਂ, ਮੈਂ ਹਿਸਟਰੀ ਰਾਤ ਨੂੰ ਪੜ੍ਹਦਾ ਹਾਂ। ਦਿਨੇ ਮੈਨੂੰ ਮਿਲਣ ਵਾਲੇ, ਮੈਨੂੰ ਫੋਨ ਕਰਨ ਵਾਲੇ ਬੜੇ ਹੁੰਦੇ ਨੇ, ਮੈਂ ਰਾਤਾਂ ਨੂੰ ਪੜ੍ਹਦਾ ਹਾਂ। ਇੱਕ ਦਿਨ ਰਾਤ ਮੈਂ ਬੈਠਾ ਸੋਚਿਆ, ਮੈਂ ਕਿਹਾ ਵੀ ਜਦੋਂ 10 ਲੱਖ ਦਾ ਘੇਰਾ ਹੋਇਆ ਹੋਵੇਗਾ, 4 ਚੁਫੇਰੇ, ਚਲੋ ਗਿਣਤੀ ਕਾਊਂਟਿੰਗ ਦੇ ਚੱਕਰ 'ਚ ਆਪਾਂ ਨਾ ਪਈਏ, ਬਹੁਤ ਵੱਡਾ ਮਲਖਈਆ ਹੋਇਆ ਹੋਵੇਗਾ ਤੇ ਅੰਦਰ ਭੁੱਖੇ ਪਾਣੇ 40 ਨੇ, ਤੇ ਜਿਹੜਾ ਇਹਨਾਂ ਦਾ ਜਰਨੈਲ ਹੈ ਉਹਨੇ ਕਿਹੋ ਜਿਹਾ ਲੈਕਚਰ ਕੀਤਾ ਹੋਵੇਗਾ। ਮਹਿਸੂਸ ਕਰੋ ਕਦੀ, ਕੱਲਾ ਪੜੋ ਨਾ, ਮਹਿਸੂਸ ਕਰੋ ਕਦੀ ਉਹਨੇ ਕਿਹੋ ਜਿਹਾ ਲੈਕਚਰ ਕੀਤਾ ਹੋਵੇਗਾ ਕਿ ਤੁਸੀਂ ਗਿਣਤੀ ਵਿੱਚ 40 ਹੋ ਪਰ ਮੈਂ ਕੱਲੀ ਤੁਹਾਡੀ ਕਾਊਂਟਿੰਗ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮੈਂ ਤੁਹਾਡੇ ਜਜ਼ਬੇ ਨੂੰ ਤੁਹਾਨੂੰ ਲੜਨਾ ਸਿਖਾਇਆ। ਬਾਹਰਲੇ ਪਾਸੇ 10 ਲੱਖ ਦਾ ਮਲਖਈਆ। ਅੱਜ ਵੀ ਅਸੀਂ ਜਦੋਂ ਕਿਤੇ ਘੱਟ ਗਿਣਤੀ ਦੇ ਵਿੱਚ ਇਕੱਠੇ ਹੋਈ ਹੈ ਨਾ, ਨਾਲ ਦੇ ਕਹਿ ਦਿੰਦੇ ਭਾਈ ਸਾਹਿਬ ਆਪਾਂ ਘੱਟ ਆ। ਮੈਂ ਕਿਹਾ ਸਾਨੂੰ ਚਮਕੌਰ ਦੇ ਅੰਦਰਲੇ 40 ਚਾਹੀਦੇ ਨੇ, ਸਾਨੂੰ ਬਾਹਰਲਾ 10 ਲੱਖ ਵਾਲਾ ਮਲਖਈਆ ਨਹੀਂ ਚਾਹੀਦਾ, ਸਾਨੂੰ ਅੰਦਰਲੇ 40 ਦਾ ਪਾਇਆ। ਸਟ੍ਰੈਟਜੀ ਬਦਲਦੀ ਗਈ। ਜੇ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਤੇ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲੇ ਬਣਾ ਲਏ। ਕਿਲੇ ਕਿਉਂ ਬਣਾਏ? ਕਿਉਂਕਿ ਕਿਲਿਆਂ ਦੇ ਵਿੱਚੋਂ ਜਵਾਬ ਦੇਣਾ ਬੜਾ ਆਸਾਨ ਹੋ ਜਾਂਦਾ ਹੈ। ਸਿੱਖ ਕਹਿੰਦੇ ਸੱਚੇ ਪਾਤਸ਼ਾਹ ਬਾਹਰ ਹੋ ਕੇ, ਪਾਤਸ਼ਾਹ ਕਹਿੰਦੇ ਨਾ, ਉਹਨਾਂ ਨੇ ਘੇਰਾ ਪਾਇਆ, ਸਟ੍ਰੈਟਜੀ ਉਸ ਕਿਸਮ ਦੀ ਆਪਾਂ ਨੂੰ ਬਣਾਉਣੀ ਪੈਣੀ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚਮਕੌਰ ਸਾਹਿਬ ਦੀ ਧਰਤੀ ਤੇ ਸਟ੍ਰੈਟਜੀ ਵੱਖਰੀ ਬਣੀ। ਗੁਰੂ ਨੇ ਤੁਹਾਡਾ ਵਿਵੇਕ ਐਸਾ ਬਣਾ ਦਿੱਤਾ ਵੀ ਕਿਸੇ ਵੀ ਮੁੱਦੇ ਤੇ ਲੜਨ ਦੇ ਲਈ ਪਾਤਸ਼ਾਹ ਕਹਿਣ ਲੱਗੇ ਤੇਰੀ ਤਿਆਰੀ ਹੋਣੀ ਚਾਹੀਦੀ ਹੈ। ਅੱਜ ਲੀਡਰਾਂ ਨੇ, ਪੋਲੀਟੀਕਲ ਬੰਦਿਆਂ ਨੇ ਸਾਡਾ ਵਿਵੇਕ ਇੰਨਾ ਕੁ ਮਾਰ ਦਿੱਤਾ ਵੀ ਸਾਡੇ ਤੇ ਹਮਲਾ ਵੀ ਹੋ ਜਾਂਦਾ ਨਾ ਕਿਸੇ ਵੀ ਪ੍ਰਕਾਰ ਦਾ ਤੇ ਸਾਨੂੰ ਪਤਾ ਹੀ ਨਹੀਂ ਜੇ ਲੱਗਦਾ। ਹੁਣ ਤੁਸੀਂ ਵੇਖੋ ਵੀ ਤੁਹਾਡੇ ਮਨ 'ਚ ਖਿਆਲ ਆਵੇਗਾ ਵੀ ਇਹ ਗੱਲ ਮਕੂ ਨੇ ਅੱਜ ਦੇ ਪੋਲੀਟੀਕਲ ਲੀਡਰ ਦੀ ਕਿਉਂ ਕਹੀ। ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਹਾਂ। ਮੇਰੀ ਉਮਰ ਹੋ ਗਈ ਜੀ 38 ਸਾਲ, 39ਵਾਂ ਲੱਗ ਗਿਆ। ਮੈਂ 9 ਸਾਲਾਂ ਦਾ ਸਾਂ, ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਹੈ। ਤੇ ਸਾਡੇ ਘਰੇ ਜਿਹੜਾ ਵੋਟਾਂ ਮੰਗਣ ਆਉਂਦਾ ਸੀ ਨਾ, ਉਹ ਪਤਾ ਕੀ ਕਹਿੰਦਾ ਸੀ? ਆਵਾਜ਼ ਨਾ ਮੇਰੇ ਵੀਰੋ ਆਵੇ। ਉਹ ਪਤਾ ਕੀ ਕਹਿੰਦਾ ਹੁੰਦਾ ਸੀ? ਕਹਿੰਦਾ ਜੀ ਮੇਰੇ ਪਿਤਾ ਜੀ ਨੂੰ, ਸਰਦਾਰ ਬਲਦੇਵ ਸਿੰਘ ਜੀ ਵੋਟ ਸਾਨੂੰ ਪਾਇਆ ਜੇ, ਅਸੀਂ ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰ ਦਿਆਂਗੇ, ਠੀਕ। ਤੇ ਹੁਣ ਮੈਂ 30 ਸਾਲਾਂ ਬਾਅਦ 39 ਵਿੱਚ ਆ ਗਿਆ ਤੇ 30 ਸਾਲਾਂ ਬਾਅਦ ਅੱਜ ਵੀ ਸਾਡੇ ਘਰੇ ਜਿਹੜਾ ਵੋਟ ਮੰਗਣ ਆਉਂਦਾ, ਪਤਾ ਕੀ ਕਹਿੰਦਾ? ਵੋਟ ਮੈਨੂੰ ਪਾਇਆ ਜੇ, ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰ ਦਿਆਂਗੇ, ਐਜੂਕੇਸ਼ਨ ਕੋਈ ਮੁੱਦਾ ਹੀ ਨਹੀਂ। ਦੇਖੋ ਤੁਹਾਡਾ ਵਿਵੇਕ ਕਿੰਨਾ ਖਤਮ ਕੀਤਾ ਗਿਆ, ਪਰ ਕਸੂਰ ਤੁਹਾਡਾ ਵੀ ਹੈ। ਵੋਟ ਲੈਣ ਲਈ ਜਦੋਂ ਆਉਂਦੇ ਤੁਸੀਂ ਪਤਾ ਕੀ ਕਹਿੰਦੇ ਹੋ? ਐਮਐਲਏ ਸਾਹਿਬ ਦਸਤੀ ਵੋਟਾਂ ਤੁਹਾਨੂੰ ਪਾਵਾਂਗੇ, ਹਾਂ ਵੋਟਾਂ ਤੁਹਾਨੂੰ ਪਾਵਾਂਗੇ, ਪਰ ਗਵਾਂਢੀ ਨੂੰ ਇੱਕ ਰਾਤ ਥਾਣੇ ਕਟਾਉਣੀ ਆ, ਆਹ ਤੁਹਾਡੀਆਂ ਮੰਗਾਂ ਨੇ। ਤੇ ਪਤਾ ਉਹਨਾਂ ਨੂੰ ਵੀ ਹੈ, ਪਤਾ ਉਹਨਾਂ ਨੂੰ ਵੀ ਹੈ ਵੀ ਕਿੱਥੇ ਕਿਤੇ ਕਿਹੜਾ ਜਿਹਾ ਵਿਕਦਾ ਹੈ। ਗੁੱਸਾ ਨਾ ਮੇਰੀ ਗੱਲ ਦਾ ਕਰਿਆ ਜੇ। ਐਮਐਲਏ ਸਾਹਿਬ ਵੋਟਾਂ ਸਾਰੇ ਮੁਹੱਲੇ ਦੀਆਂ ਤੁਹਾਨੂੰ ਪਵਾਵਾਂਗੇ, ਗਲੀ ਮੇਰੇ ਘਰ ਤੋੜੀ ਪੱਕੀ ਆਉਣੀ ਚਾਹੀਦੀ ਹੈ। ਬੋਲੋ ਵੀ ਆਹ ਹੈ ਕਿ ਨਹੀਂ ਹੈ? ਕੋਈ ਆ ਜਾਂਦਾ ਹੈ ਤੁਹਾਨੂੰ ਆਟਾ ਦਾਲ, ਤੁਸੀਂ ਖੁੱਲ ਕੇ ਕਹੋ ਵੀ ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਕੇ ਨੌਕਰੀਆਂ ਦਿਓ, ਸਾਥੋਂ ਆਟਾ ਦਾਲ ਨਾ ਲਿਆ ਜਾਵੇਗਾ। ਬੋਲੋ ਬਈ। ਤੁਹਾਡੀਆਂ ਧੀਆਂ ਨੂੰ ਸ਼ਗਨ ਸਕੀਮ, ਮੈਂ ਕਹਿੰਦਾ ਵੀ ਸਾਡੀਆਂ ਧੀਆਂ ਨੂੰ ਐਜੂਕੇਸ਼ਨ ਦੇ ਕੇ ਵਧੀਆ ਨੌਕਰੀ ਦੇ ਦਿਓ, ਲੱਤ ਮਾਰ ਦਿਆ ਤੁਹਾਡੀਆਂ ਸ਼ਗਨ ਸਕੀਮਾਂ ਨੂੰ। ਬੋਲੋ ਬਈ।
ਵਿਵੇਕ ਕਿੱਥੇ ਖਤਮ ਕਰ ਦਿੱਤਾ ਗਿਆ। ਹੁਣ ਜੇ ਆਹ ਮੁੱਦੇ ਦੀ ਵੀ ਗੱਲ ਕਰਾਂ, ਕੰਟੈਕਟ ਫਾਰਮਿੰਗ ਦੀ, ਜੇ ਹੁਣ ਦੱਸੋ ਵੀ 2 ਰੁਪਏ ਕਿਲੋ ਆਟਾ ਦਾਲ ਕਿੱਥੋਂ ਖਰੀਦੀ ਜਾਊ ਤੇ ਕੌਣ ਦਊ ਇੱਥੇ? ਉਹ ਵੀ ਸਾਰੇ ਵੀਰ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਆਉਂਦੇ ਨੇ ਨਾ, ਸਾਰਿਆਂ ਦੇ ਹੱਕਾਂ ਤੇ ਡਾਕਾ ਪਿਆ, ਕੱਲੇ ਜ਼ਮੀਨਾਂ ਵਾਲਿਆਂ ਤੇ ਨਹੀਂ ਪਿਆ, ਇਹ ਸਾਰਿਆਂ ਤੇ ਪਿਆ। ਤਾਂ ਹੀ ਕਿਸਾਨ ਮਜ਼ਦੂਰ ਏਕਤਾ, ਇਹ ਸਾਰਿਆਂ ਦੀ ਗੱਲ ਕੀਤੀ ਗਈ ਹੈ। ਆਪਣਾ ਵਿਵੇਕ ਇਹਨਾਂ ਤਿਆਰ ਕਰ ਲਵੋ ਵੀ ਕੱਲੇ ਇਹ ਕਾਨੂੰਨ ਨਹੀਂ, ਇਸ ਤੋਂ ਬਾਅਦ ਵੀ ਬੜਾ ਕੁਝ ਆਵੇਗਾ। ਸਾਡੀ ਤਿਆਰੀ ਹੋਵੇ, ਅਸੀਂ ਘੱਟੋ ਘੱਟ ਇਸ ਚੀਜ਼ ਦੇ ਸક્ષਮ ਹੋਈਏ ਵੀ ਅਗਲੇ ਆਉਣ ਵਾਲੇ ਸਮੇਂ ਦੇ ਉੱਪਰ ਵੀ ਜੇ ਕੋਈ ਬਿੱਲ ਪਾਸ ਹੁੰਦਾ ਹੈ ਤੇ ਸਾਡੇ ਸਿਆਣੇ ਵੀਰ ਦੀਪ ਸਿੱਧੂ ਵਰਗੇ, ਸਾਡੇ ਹਾਕਮ ਵੀਰ ਵਰਗੇ, ਇਹ ਸਾਰੇ ਜਿਹੜੇ ਨੇ ਉਹਨਾਂ ਨੂੰ ਰੀਡ ਕਰਨ, ਦੇਖਣ, ਉਹਨਾਂ ਤੇ ਦਿਮਾਗ ਲਾਉਣ, ਵਕੀਲਾਂ ਦਾ ਪੈਨਲ ਬੈਠੇ, ਫਿਰ ਸਾਨੂੰ ਦੱਸਿਆ ਜਾਵੇ ਤੇ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੇ ਉੱਪਰ ਆਪਣੀ ਵਿਚਾਰ ਕਰੀਏ ਵੀ ਹੋ ਕੀ ਸਕਦਾ ਹੈ। ਸੋ ਕਹਿਣ ਤੋਂ ਭਾਵ ਗੁਰੂ ਨੇ ਤੁਹਾਡਾ ਵਿਵੇਕ ਬਣਾਇਆ ਵੀ ਤੁਸੀਂ ਹਰ ਚੀਜ਼ ਨੂੰ ਸੋਚੋ, ਸਮਝੋ ਤੇ ਉਸ ਤੋਂ ਬਾਅਦ ਐਕਟ ਵਾਲੇ ਪਾਸੇ ਆਓ। ਤੇ ਪੋਲੀਟੀਕਲ ਲੀਡਰਸ ਨੇ ਤੁਹਾਡਾ ਵਿਵੇਕ ਇਹਨਾਂ ਨੂੰ ਖਤਮ ਕਰ ਦਿੱਤਾ, ਇਸ ਹੱਦ ਤੱਕ ਲੈ ਕੇ ਆ ਗਏ ਵੀ ਮੇਰਾ ਨੁਕਸਾਨ ਹੋ ਰਿਹਾ ਤੇ ਮੈਨੂੰ ਪਤਾ ਨਹੀਂ ਲੱਗਦਾ ਪਿਆ। ਸੀ ਵਕਤ ਦੇ ਹਿਸਾਬ ਨਾਲ ਆਪਣੀ ਸਟ੍ਰੈਟਜੀ ਨਹੀਂ ਬਦਲੀ। ਚਲੋ ਇੱਕ ਉਦਾਹਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸੱਪ ਤੇ ਨਿਓਲੇ ਦੀ ਲੜਾਈ ਵੇਖੀ ਹੈ? ਬੋਲੋ ਬਈ, ਸੱਪ ਤੇ, ਹਾਂ ਉਂਝ ਵੇਖੀ ਹੋਵੇਗੀ, ਕਈਆਂ ਨੇ ਫੋਨ ਦੇ ਵਿੱਚ ਵੇਖੀ ਹੈ, ਫੋਨ ਵਾਲੇ ਵੀ ਸਿਰ ਹਿਲਾ ਦਿਆ ਕਰੋ, ਹਨਾ, ਵੇਖੀ ਹੈ ਨਾ, ਹੱਸ ਪੈਂਦੇ ਆ। ਬਸ ਤੁਹਾਡਾ ਹਾਸਾ ਜਿਹੜਾ ਨਾ, ਇਹੀ ਮੇਰਾ ਬੜਾ ਵੱਡਾ ਸਨਮਾਨ ਹੈ। ਨੌਜਵਾਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਆਉਣਾ, ਇੱਥੋਂ ਦੇ ਪ੍ਰਬੰਧਕਾਂ ਦਾ ਇਹੀ ਸਨਮਾਨ ਹੈ। ਸੱਪ ਤੇ ਨਿਓਲੇ ਦੀ ਲੜਾਈ ਵਿੱਚ ਕੀ ਹੁੰਦਾ ਹੈ? ਜਦੋਂ ਨਿਓਲਾ ਸੱਪ ਦੇ ਨੇੜੇ ਆਉਂਦਾ, ਸੱਪ ਡੰਗ ਮਾਰਦਾ ਹੁੰਦਾ, ਨਿਓਲਾ ਆਪਣਾ ਬਚਾਅ ਕਰਦਾ ਹੈ, ਉਹ ਸੱਪ ਦਾ ਜਿਹੜਾ ਡੰਗ ਹੈ ਬੇਕਾਰ ਜਾਂਦਾ ਹੈ, ਜ਼ੋਰ ਲੱਗਾ, ਉਹ ਫੇਰ ਸੱਪ ਦੇ ਨੇੜੇ ਜਾਂਦਾ, ਸੱਪ ਫੇਰ ਡੰਗ ਮਾਰਦਾ ਹੈ, ਹੌਲੀ ਹੌਲੀ ਸੱਪ ਹੰਭ ਜਾਂਦਾ ਹੈ, ਫੇਰ ਨਿਓਲਾ ਸਿਰੀ ਦੱਬ ਲੈਂਦਾ ਨਾ। ਇਹ ਨਿਓਲਿਆਂ ਨੇ ਸਿਰੀਆਂ ਦੱਬਦੇ ਰਹਿਣਾ ਜੇ ਤੁਸੀਂ ਆਪਣੀ ਸਟ੍ਰੈਟਜੀ ਨਾ ਬਦਲੀ ਤੇ। ਸਦੀਆਂ ਹੋ ਗਈਆਂ, ਸੱਪ ਨੇ ਆਪਣੀ ਸਟ੍ਰੈਟਜੀ ਨਹੀਂ ਬਦਲੀ ਉਹਨੇ, ਉਹ ਉਸੇ ਪ੍ਰਕਾਰ ਹੀ ਐ ਮਾਰਦਾ ਡੰਗ ਜਿਹਾ, ਨਿਓਲਾ ਪਾਸੇ ਹੋ ਜਾਂਦਾ, ਸੱਪ ਹੰਭ ਜਾਂਦਾ, ਨਿਓਲਾ ਸਿਰੀ ਦੱਬ ਲੈਂਦਾ। ਹੁਣ ਸਦੀਆਂ ਹੋ ਗਈਆਂ, ਨਿਓਲੇ ਸੱਪਾਂ ਦੀਆਂ ਸਿਰੀਆਂ ਨੱਪੀ ਤੁਰੇ ਜਾਂਦੇ ਨੇ ਔਰ ਸੱਪ ਆਪਣੀ ਸਟ੍ਰੈਟਜੀ ਨਹੀਂ ਬਦਲਦਾ ਪਿਆ। ਤੁਹਾਨੂੰ ਬੇਨਤੀ ਕਰਾਂ, ਨਿਓਲੇ ਤੁਹਾਡੇ ਤੇ ਵੀ ਬੜੇ ਨੇ। ਹਾਂ, ਮਤਾ ਕਹੋ ਵੀ ਡੰਗ ਸਾਡਾ ਬੜਾ, ਨਾ 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 ਨਾ, ਨਿਓਲੇ ਬੜੇ ਨੇ, ਬੜੇ ਲੰਮੇ ਸਮੇਂ ਤੋਂ ਸਿਰੀਆਂ ਮਿੱਧਦੇ ਆਏ ਨੇ, ਹੁਣ ਵੀ ਮਿੱਧਣਗੇ। ਇਸ ਕਰਕੇ ਵਕਤ ਦੇ ਹਿਸਾਬ ਨਾਲ ਸਟ੍ਰੈਟਜੀ ਬਦਲੀ ਦੀ ਹੁੰਦੀ ਹੈ। ਹੁਣ ਮੰਨ ਲਓ ਆਪਾਂ ਕਰ ਦਿੰਦੇ ਹਾਂ ਸੜਕ ਬੰਦ, ਮੰਨ ਲਓ ਇੱਕ ਪਲ ਦੇ ਲਈ, ਵੈਸੇ ਮੈਂ ਹੱਕ ਚ ਹਾਂ ਵੀ ਤੁਹਾਡੀ ਆਵਾਜ਼ ਤੇ ਇਸ ਤਰੀਕੇ ਨਾਲ ਜਾ ਰਹੀ ਹੈ। ਬੋਲੋ ਬਈ, ਜੇ ਤੁਹਾਡਾ ਦਾਬਾ ਕੰਮ ਕਰਦਾ ਪਿਆ ਤੇ ਘਸੁੰਨ ਮਾਰਨ ਦੀ ਕੀ ਲੋੜ ਪਈ ਹੈ? ਜੇ ਗੁੜ ਦਿੱਤਿਆਂ ਕੰਮ ਹੁੰਦਾ ਪਿਆ ਫਿਰ ਜ਼ਹਿਰ ਦੇਣ ਦੀ ਲੋੜ ਕਿਉਂ ਪਈ ਹੈ? ਜੇ ਗੰਢ ਹੱਥ ਨਾਲ ਖੁੱਲਦੀ ਪਈ ਹੈ, ਦੰਦ ਕਿਉਂ ਲਾਉਂਦੇ ਹੋ? ਬੋਲੋ ਬਈ, ਜੇ ਕਿੱਕਰ ਦੀ ਲੱਕੜ ਨਾਲ ਤੰਦੂਰ ਬਲਦਾ ਪਿਆ, ਚੰਦਨ ਕਿਉਂ ਬਲਣਾ? ਹੈ ਨਾ। ਜੇ ਸਾਡੇ ਇੱਥੇ ਬਹਿਣ ਦੇ ਨਾਲ ਸਾਡਾ ਮੈਸੇਜ ਬੜਾ ਵਧੀਆ ਜਾ ਰਿਹਾ ਨਾ, ਤੇ ਇੰਤਜ਼ਾਰ ਆਪਾਂ ਕਰ ਲੈਣਾ ਚਾਹੀਦਾ, ਇਹਦੀ ਜਲਦਬਾਜ਼ੀ ਵਿੱਚ ਨਹੀਂ ਆਉਣਾ ਚਾਹੀਦਾ। ਜੇ ਮੰਨ ਲਓ ਇੱਕ ਪਲ ਦੇ ਲਈ ਮੈਂ ਸੜਕ ਬੰਦ ਕਰ ਦੇਣਾ ਵਾਂ, ਮੇਰੇ 50 ਭਰਾ ਇੱਥੋਂ ਜਦੋਂ ਮੁੜ ਕੇ ਜਾਣਗੇ, ਪਤਾ ਨਹੀਂ ਕਿਧਰੋਂ ਦੀ ਸ਼ਾਮ ਨੂੰ ਆਪਣੇ ਘਰ ਅਪੜਨਗੇ, ਤੇ ਜਦੋਂ ਪਰਿਵਾਰ ਆ ਕੇ ਪੁੱਛੇਗਾ ਹਾਂਜੀ ਲੇਟ ਕਿਉਂ ਹੋ ਗਏ, ਉਹਨੇ ਮੋਰਚਾ ਨਹੀਂ ਕਹਿਣਾ, ਉਹਨੇ ਸਿਆਪਾ ਕਹਿਣਾ। ਬੋਲੋ ਬੋਲੋ ਨਾ, ਹੁਣ ਉਹਨੇ ਮੋਰਚਾ ਨਹੀਂ ਕਹਿਣਾ, ਉਹਨੇ ਕਹਿਣਾ ਜਿਹੜਾ ਸਿਆਪਾ ਪਾ ਕੇ ਰਾਹ 'ਚ ਬੈਠੇ ਆ ਨਾ, ਉਹ ਇਹਨਾਂ ਨੇ ਜੇ ਕਰਨਾ ਲੀਡਰਾਂ ਦੇ ਘਰ ਘੇਰਨਾ, ਉਹ ਤੇ ਇਹਨਾਂ ਕੋਲ ਹੁੰਦਾ ਨਹੀਂ, ਪਤਾ ਉੱਥੇ ਡਾਂਗ ਪੈਣੀ ਹੈ, ਦੁਖੀ ਸਾਨੂੰ ਕੀਤਾ ਆਖਣਗੇ ਨਾ। ਸੋ ਇਸ ਕਰਕੇ ਵਕਤ ਦੇ ਹਿਸਾਬ ਨਾਲ ਸਟ੍ਰੈਟਜੀ ਬਦਲਣੀ ਚਾਹੀਦੀ ਹੈ। ਇਹ ਗੱਲ ਮੈਂ ਤਾਂ ਕਹਿ ਰਿਹਾ ਵਾਂ, ਮੈਨੂੰ ਵੀ ਇੱਕ ਦੋ ਭਰਾਵਾਂ ਨੇ ਕਿਹਾ ਨਹੀਂ ਸੜਕ ਤੇ ਬੈਠੇ ਹੋ ਕਿ ਇੱਕ ਪਾਸੇ ਬੈਠੇ ਹੋ। ਮੈਂ ਕਿਹਾ ਤੁਹਾਨੂੰ ਕੀ ਲੱਗਦਾ ਸੁਨੇਹਾ ਜਾਣਾ ਚਾਹੀਦਾ? ਕਹਿੰਦੇ ਖਾਂ। ਮੈਂ ਕਿਹਾ ਜਾ ਰਿਹਾ। ਕਹਿੰਦੇ ਅੱਜ ਜਾ ਰਿਹਾ ਨਾ। ਦੇਖੋ ਸਿਆਣੇ ਕਹਿੰਦੇ ਘਰ ਦੇ ਵਿੱਚ ਨਾ ਜੇ ਤੁਹਾਡੀ ਘੂਰੀ ਕੰਮ ਕਰਦੀ ਹੈ ਤੇ ਹੱਥ ਨਹੀਂ ਚੱਕੀਦਾ ਹੁੰਦਾ। ਬੋਲੋ ਬਈ, ਸਹਿਮਤ ਹੋ? ਵੈਸੇ ਅੱਜ ਕੱਲ੍ਹ ਵਾਲਿਆਂ ਕੋਲੋਂ ਤੇ ਚੱਕਿਆ ਵੀ ਨਹੀਂ ਜਾਂਦਾ ਔਰ ਚੱਕਣਾ ਵੀ ਨਹੀਂ ਚਾਹੀਦਾ। ਧਿਆਨ ਦੇ ਅੱਜ। ਹਾਂ, ਉਹ ਪੁਰਾਣੀਆਂ ਸਾਡੀਆਂ ਬੀਬੀਆਂ ਗਈਆਂ, ਜੇ ਕੋਈ ਹੱਥ ਚੁੱਕ ਦਿੰਦਾ ਹੁੰਦਾ ਸੀ, ਉਹ ਕਹਿੰਦਾ ਜਾ ਮਗਰੋਂ ਲੈ ਜਾ। ਕਹਿੰਦੀ ਨਾ, ਮੇਰੇ ਪਿਓ ਨੇ ਜਦੋਂ ਡੋਲੀ ਪਾ ਕੇ ਤੋਰੀ ਸੀ, ਮੇਰੇ ਪਿਓ ਨੇ ਕਿਹਾ ਸੀ ਉੱਥੋਂ ਤੇਰੀ ਅਰਥੀ ਉੱਠੂ, ਮੈਂ ਨਹੀਂ ਜਾਂਦੀ। ਹਨਾ, ਅੱਜ ਕੱਲ੍ਹ ਸਮਾਨ ਪੈਕ ਹੁੰਦਾ ਹੈ ਪਹਿਲਾਂ ਹੀ, ਹੈ ਨਾ। ਇਸ ਕਰਕੇ ਸੰਭਲ ਕੇ ਚੱਲਣਾ ਚਾਹੀਦਾ ਹੈ। ਕਦੀ ਵਕਤ ਹੁੰਦਾ ਸੀ, ਲੋਕੀ ਕੀ ਕਹਿੰਦੇ ਸੀ, ਰੰਬਾ
ਤੇ ਮੁੰਡਾ ਚੰਡੇ ਕੰਮ ਦਿੰਦੇ ਨੇ। ਕਹਿੰਦੇ ਸੀ ਨਾ ਵਕਤ ਬਦਲ ਗਿਆ, ਹੁਣ ਤੇ ਪਲੋਸੇ ਕੰਮ ਦਿੰਦੇ ਆ। ਬੋਲੋ ਬਈ, ਹੁਣ ਤੇ ਪਲੋਸੇ ਕੰਮ ਦਿੰਦੇ, ਚੰਡੇ ਚੋਡੇ ਕੋਈ ਨਹੀਂ ਕੰਮ ਦਿੰਦੇ। ਪਹਿਲਾਂ ਯੂਨੀਵਰਸਿਟੀ ਨੇ ਨਾਰਾ ਦਿੱਤਾ ਸੀ ਦੱਬ ਕੇ ਵਾਹ ਰੱਜ ਕੇ ਖਾ। ਵਕਤ ਦੇ ਹਿਸਾਬ ਨਾਲ ਮਸ਼ੀਨਰੀ ਬਹੁਤ ਵੱਡੀ ਆ ਗਈ। ਉਹ ਕਹਿੰਦੇ ਇਹਦੇ ਵਾਹ ਵਾਹ ਕੇ ਸਤਿਆਨਾਸ਼ ਕਰ ਦਿੰਦਾ। ਉਹਨਾਂ ਨੇ ਨਾਰਾ ਬਦਲਿਆ, ਕਹਿੰਦੇ ਸੋਚ ਕੇ ਵਾਹ ਰੱਜ ਕੇ ਖਾ। ਵਕਤ ਦੇ ਹਿਸਾਬ ਨਾਲ ਬਦਲੇ ਨਾ, ਬਸ ਵਕਤ ਦੇ ਹਿਸਾਬ ਨਾਲ ਸਾਨੂੰ ਆਪਣੇ ਜਿਹੜੇ ਰੋਜ਼ ਕਰਨ ਦੇ ਤਰੀਕੇ ਨੇ ਇਹ ਵੀ ਥੋੜੇ ਥੋੜੇ ਬਦਲਨੇ ਚਾਹੀਦੇ ਨੇ। ਔਰ ਇਹ ਵੇਖਣਾ ਚਾਹੀਦਾ ਹੈ, ਕਈ ਵਾਰੀ ਸਾਡੇ ਜਜ਼ਬਾਤੀ ਹੋ ਜਾਂਦੇ ਵੀਰ ਦਬਾ ਦਬ, ਕਿਉਂ ਨਹੀਂ ਇੰਜ ਕਰਨਾ ਚਾਹੀਦਾ, ਕਰ ਦਿਓ ਆਪਾਂ ਦਿੱਲੀ ਨੂੰ ਪਾ ਦਈਏ ਚੱਲੇ, ਹੁੰਦਾ ਹੈ ਨਾ, ਆਪਾਂ ਪਾ ਦਈਏ ਦਿੱਲੀ ਨੂੰ ਚੱਲੇ। ਤੇ ਦਿੱਲੀ ਤੱਕ ਜਾਂਦਿਆਂ ਜਾਂਦਿਆਂ ਜਦੋਂ ਫਿਰ ਸਾਨੂੰ ਭੁੱਖ ਲੱਗਦੀ ਹੈ, ਕਿਉਂਕਿ ਮੈਂ ਦੇਖਿਆ ਜੀ ਅਸੀਂ ਕਈ ਵਾਰੀ ਮੋਰਚਾ ਲਾਉਂਦੇ ਆ, ਜਦੋਂ ਇੱਕ ਰਾਤ ਦੂਜੀ ਰਾਤ ਤੀਜੀ ਰਾਤ ਤੇ ਆਪਣਾ ਵੀ ਚਿੱਤ ਕਰਦਾ ਵੀ ਯਾਰ ਲੰਮਾ ਕਾਹਨੂੰ ਲੈ ਗਏ, ਹਨਾ, ਹੋ ਜਾਂਦਾ ਹੈ, ਹਕੀਕਤ ਹੈ। ਇਸ ਕਰਕੇ ਆਪਾਂ ਸਟ੍ਰੈਟਜੀ ਬੜੇ ਢੰਗ ਨਾਲ ਚੱਲੀਏ ਵੀ ਮਾਮਾ ਦੇ ਪੁੱਤ ਨਹੀਂ ਮਰਵਾਉਣੇ। ਹਾਂ, ਸਿਆਣਾ ਆਗੂ ਉਹ ਹੁੰਦਾ ਹੈ ਜਿਹੜਾ ਘੱਟ ਨੁਕਸਾਨ ਕਰਵਾਏ ਦੇ ਉੱਪਰ ਤੁਹਾਨੂੰ ਵੱਡਾ ਫਾਇਦਾ ਲੈ ਕੇ ਦੇ ਦੇਵੇ। ਹਾਂ, ਪਰ ਇੱਥੇ ਬੜੇ ਜਜ਼ਬਾਤੀ ਬਿਆਨ ਆ ਰਹੇ ਨੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ। ਇੱਕ ਵੀਰ ਨੂੰ ਮੈਂ ਸੁਣਿਆ, ਸਭ ਤੋਂ ਪਹਿਲੀ ਗੋਲੀ ਮੈਂ ਆਪਣੀ ਹਿੱਕ ਚ ਖਾਉਂ, ਮੈਂ ਮਾਂ ਦਾ ਜਾਇਆ ਨਹੀਂ। ਅਜੇ ਗੋਲੀ ਵਾਲੀ ਗੱਲ ਹੀ ਨਹੀਂ ਚੱਲੀ, ਉਹ ਪਹਿਲਾਂ ਗੋਲੀਆਂ ਦੀ ਹਨ ਨਿਕਿੰਦ ਨਹੀਂ। ਜਜ਼ਬਾਤੀ ਹੋ ਕੇ ਨਹੀਂ ਚੱਲਣਾ, ਬੇਬੇਕੀ ਹੋ ਕੇ ਚੱਲਣਾ। ਮੁੱਦਾ ਕੀ ਹੈ, ਇਹ ਕਿਵੇਂ ਹੈਂਡਲ ਕੀਤਾ ਜਾ ਸਕਦਾ ਹੈ, ਜੇ ਇੰਜ ਹੋ ਗਿਆ ਤੇ ਆਹ ਕੀ ਹੈ। ਦੀਪ ਸਿੱਧੂ ਵੀਰ ਦੀ ਇੱਕ ਖਾਸੀਅਤ ਮੈਂ ਵੇਖੀ ਹੈ, ਜਿਸ ਦਿਨ ਦੇ ਲੈਕਚਰ ਦਿੱਤੇ ਨੇ ਮੈਂ ਨਾ ਬੜੇ ਧਿਆਨ ਨਾਲ ਸੁਣਿਆ ਵੀ ਕਿਵੇਂ ਚੱਲਦੇ ਪਏ ਨੇ। ਬੜੀ ਵਿਵੇਕ ਦੀ ਜਿਹੜਾ ਗੁਰੂ ਨੇ ਸਾਨੂੰ ਬਖਸ਼ਿਆ ਨਾ ਵਿਵੇਕ, ਉਹਦੀ ਬੜੀ ਸੁਚੱਜੀ ਵਰਤੋਂ ਕਰਦੇ ਪਏ ਨੇ। ਵੀ ਇੱਕ ਜਿਹੜਾ ਜੋਸ਼ ਹੈ ਨਾ, ਇਸ ਜੋਸ਼ ਨੂੰ ਬੜੇ ਢੰਗ ਦੇ ਨਾਲ ਲੈ ਕੇ ਜਾਣਾ। ਮੈਂ ਕਹਿੰਦਾ ਵੀ ਹੁਣ ਸਾਡਾ ਮੋਰਚਾ ਚੱਲਦਾ ਪਿਆ ਨਾ ਉੱਥੇ ਜੀ, ਜਿਹੜਾ ਦਰਬਾਰ ਸਾਹਿਬ ਨਾ ਕਿਹਾ ਜੇ, ਬਿਲਕੁਲ ਨਹੀਂ। ਕੁਝ ਲੋਕ ਸਾਨੂੰ ਦਰਬਾਰ ਸਾਹਿਬ ਕਹਿ ਕੇ ਸਾਡਾ ਮੱਥਾ ਦਰਬਾਰ ਸਾਹਿਬ ਵਾਲੇ ਪਾਸੇ ਲੋ, ਨਾ ਨਾ ਨਾ, ਬਿਲਕੁਲ ਨਹੀਂ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਅੱਗੇ ਲੱਗਾ ਸਾਡਾ, ਤੇਜਾ ਸਿੰਘ ਸਮੁੰਦਰੀ ਖਾਲ ਦੇ ਅਗਲੇ ਪਾਸੇ ਲੱਗਾ ਜੀ। ਪਰ ਆਮ ਕਰਕੇ ਐਸਜੀਪੀਸੀ ਪ੍ਰਚਾਰ ਕੀ ਕਰਦੀ ਪਈ ਹੈ, ਕਹਿੰਦੇ ਜੀ ਦਰਬਾਰ ਸਾਹਿਬ ਦੇ ਵਿੱਚ ਲੱਗਾ ਮੋਰਚਾ। ਮੈਂ ਕਹਿੰਦੀ ਸਾਨੂੰ ਬਦਨਾਮ ਨਾ ਕਰੋ, ਇਹ ਤਰੀਕੇ ਹੁੰਦੇ ਨੇ। ਕਿਤੇ ਕਿਹਾ ਜਾਂਦਾ ਜੀ ਇਹ ਕਾਂਗਰਸ ਵੱਲੋਂ ਲਵਾਇਆ ਹੋਇਆ। ਮੈਂ ਕਿਹਾ ਠੀਕ ਹੈ ਜੀ, ਉਹ ਜੋ ਤੁਸੀਂ ਕਹਿਣਾ ਕਹੋ। ਇਹ ਕੰਮ ਚੱਲਦਾ ਹੁੰਦਾ, ਬੜੀ ਪ੍ਰਕਾਰ ਦੇ ਚੱਲਦੇ ਹੁੰਦੇ ਨੇ। ਤੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਦਾ, ਉੱਥੇ ਵੀ ਨਾ ਕਈ ਵਾਰੀ ਸਾਡੇ ਵੀਰ ਇੱਕ ਦਿਨ ਕਹਿੰਦੇ ਯਾਰ ਕਿੰਨੇ ਕੁ ਦਿਨ ਇੱਥੇ ਬੈਠੇ ਰਵਾਂਗੇ। ਮੈਂ ਕਿਹਾ ਫੇਰ ਉਹ ਦਵਾ ਦਵ ਜੰਦਾ ਲਿਆਂਦਾ, ਤੇਜਾ ਸਿੰਘ ਸਮੁੰਦਰੀ ਖਾਲ ਤੋਂ ਇੱਦਾਂ ਜੰਦਾ ਠੋਕਤਾ, ਕਹਿੰਦੇ ਬੰਦ ਕਰ ਦੇਣੇ ਆ। ਮੈਂ ਕਿਹਾ ਨਹੀਂ, ਆਪਾਂ ਤਰੀਕੇ ਨਾਲ ਚੱਲੀਏ, ਸਾਰੇ ਮੇਰੇ ਵੀਰ ਵਿਵੇਕ ਤੋਂ ਕੰਮ ਲਈਏ, ਸਿਆਣਪ ਨਾਲ ਚੱਲਾਂਗੇ ਤੇ ਲੋਕ ਵਕਤ ਦੇ ਹਿਸਾਬ ਨਾਲ ਜੁੜਦੇ ਜਾਣਗੇ। ਦੇਖੋ ਬੰਦੇ ਇਕੱਠੇ ਕਰਨੇ ਤੇ ਬੰਦੇ ਸਾਹਮਣੇ ਦੋ ਚੀਜ਼ਾਂ ਵਿੱਚ ਅੰਤਰ ਹੁੰਦਾ ਜੀ। ਬੋਲੋ, ਹੁੰਦਾ ਅੰਤਰ? ਬੰਦੇ ਇਕੱਠੇ ਕਰਨੇ ਹੋਰ ਚੀਜ਼ ਹੈ, ਸਾਹਮਣੇ ਹੋਰ ਚੀਜ਼ ਹੈ। ਸਰਕਾਰਾਂ ਚਾਹੁੰਦੀਆਂ ਨੇ ਤੁਹਾਡੇ ਵਿੱਚ ਖਲਾਰਾ ਪਵੇ, ਔਰ ਪਤਾ ਕੀ ਕਰਦੇ ਹੁੰਦੇ ਨੇ, ਉਹ ਦੋ ਚਾਰ ਆਪਣੇ ਬੰਦੇ ਵਿੱਚ ਵੜਦੇ ਹੁੰਦੇ ਆ। ਸੁਣਿਆ ਜੀ, ਉਹਨਾਂ ਨੇ ਪਤਾ ਕੀ ਕਹਿਣਾ, ਦੀਪ ਸਿੱਧੂ ਵੀਰ ਨਾਲ ਤੇਰੇ ਇੰਨੇ ਦਿਨ ਤੱਕ ਸਹਿਮਤ ਸਾਂ, ਸਾਡਾ ਜਿਹੜਾ ਸਬਰ ਹੈ, ਸਬਰ ਦਾ ਬੰਨ ਟੁੱਟ ਗਿਆ। ਹੁੰਦਾ ਹੈ, ਬੋਲੋ ਬਈ, ਸਬਰ ਦਾ ਬੰਨ ਸਾਡਾ ਗਿਆ ਟੁੱਟ, ਅਸੀਂ ਲੱਗੇ ਹਾਂ ਝੰਡਾ ਕੱਢਣ, ਨਾਲ ਆ ਸਾਡੇ, ਆ ਜਾ ਨਹੀਂ ਤਾਂ ਨਾ। ਹੁੰਦਾ ਫਿਰ ਕੀ ਹੁੰਦਾ, ਲੜਾਈ। ਲੜਾਈ ਹੋਣ ਤੋਂ ਬਾਅਦ ਕਿਸੇ ਦੀ ਲੱਤ ਬਾਂਹ ਟੁੱਟ ਗਈ, ਲੱਤ ਬਾਂਹ ਤੋਂ ਬਾਅਦ ਆਹ ਜਿਹੜੇ ਮੁੱਦੇ ਨੇ ਖਤਮ ਹੋ ਜਾਂਦੇ। ਫਿਰ ਮੁੱਦਾ ਪਤਾ ਕੀ ਹੁੰਦਾ, ਸਾਡੇ ਬੰਦੇ ਦੀ ਲੱਤ ਤੋੜਤੀ ਜੀ, ਇਹਨੂੰ ਹੁਣ 10 ਲੱਖ ਰੁਪਇਆ ਸਰਕਾਰੀ ਤੌਰ ਤੇ ਦਿੱਤਾ ਜਾਵੇ। ਮੁੱਦੇ ਇੱਥੇ ਆਖ ਲਾ ਜਾਂਦੇ। ਮੁੱਦਾ ਕਿੱਥੋਂ ਸੀ ਤੇ ਚੁੱਕ ਕੇ ਆ ਕਿੱਥੇ ਗਿਆ, 10 ਲੱਖ ਦੇ ਉੱਪਰ। ਸਾਡੇ ਆ ਬੰਦੇ ਦੀ ਅੱਖ ਖਰਾਬ ਹੋ ਗਈ ਹੈ ਜੀ, ਇਹ ਸਾਰੀ ਜ਼ਿੰਦਗੀ ਹੁਣ ਇਸ ਅੱਖ ਦੇ ਵਿੱਚੋਂ ਵੇਖ ਨਹੀਂ ਸਕਦਾ। ਇਸ ਕਰਕੇ 12 ਲੱਖ ਰੁਪਈਆ ਦਾ ਜਿਹੜਾ ਪੈਕੇਜ ਹੈ ਉਹ ਐਲਾਨ। ਮੁੱਦਾ ਕੀ ਸੀ, ਆ ਕਿੱਥੇ ਗਿਆ। ਸੋ ਸਰਕਾਰਾਂ ਚਾਹੁੰਦੀਆਂ ਨੇ ਕੁਝ ਐਸਾ ਹੋਵੇ, ਪਰ ਤੁਸੀਂ ਸਿਆਣਪ ਦੇ ਨਾਲ, ਵਿਵੇਕ ਦੇ ਨਾਲ ਤੇ ਬੜੇ ਮੁੱਦਿਆਂ ਨੂੰ ਸਮਝੋ, ਕੱਲਾ ਕੱਚ ਨਾ ਕਰੀਏ, ਮੁੱਦਿਆਂ ਨੂੰ ਸਮਝੀਏ। ਤੇ ਇਹ ਜਿਹੜੇ ਚੈਲੰਜ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਆਉਂਦੇ ਹੀ ਰਹਿਣੇ ਨੇ। ਮੈਂ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਕਰ ਜਾਵਾਂ। ਜਦੋਂ ਗੱਲ ਚੱਲਦੀ ਹੈ ਨਾ ਇਸ ਕਾਨੂੰਨ ਦੇ ਬਾਰੇ, ਤੇ ਮੈਂ ਵੀ ਆਪਣੇ ਵਕੀਲ ਦੇ ਨਾਲ ਗੱਲਬਾਤ ਕਰਦਾ ਪਿਆ ਸਾਂ। ਮੈਂ ਕਿਹਾ ਵੀ ਚੰਗੀ ਤਰ੍ਹਾਂ ਰੀਡ ਕਰੀਏ, ਉਸ ਤੋਂ ਬਾਅਦ ਇਹਦੀ ਬਰੀਕੀ ਦੇ ਵਿੱਚ ਜਾਈਏ। ਜਦੋਂ ਅਸੀਂ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਆ ਨਾ, ਤੇ ਇੱਕ ਚੀਜ਼ ਥੋੜੀ ਜੀ ਸਮਝ ਲਿਆ ਜੇ ਇਹਦੇ ਵਿੱਚੋਂ, ਮਾੜਾ ਜਿਹਾ ਧਿਆਨ ਤੁਹਾਡਾ ਇੱਧਰ ਆਵੇਗਾ ਨਾ, ਥੋੜਾ ਜਿਹਾ ਮੁੱਦਾ ਲੈ ਕੇ ਤੇ ਮੈਂ ਇਸ ਵਿਸ਼ੇ ਨੂੰ ਖਤਮ ਕਰ ਦਿਆਂਗਾ। ਕੱਲੀ ਤੁਹਾਡੀ ਖੇਤੀ ਨਹੀਂ ਜਾਣੀ, ਕਿਤੇ ਰੱਖਿਆ ਜੇ, ਇਹਦੇ ਵਿੱਚ ਸਾਨੂੰ ਸਾਡੇ ਸੱਭਿਆਚਾਰ ਦਾ ਵੀ ਖਤਰਾ ਹੈ। ਹੁਣ ਤੁਸੀਂ ਪੁੱਛੋਗੇ ਵੀ ਸਾਡਾ ਸੱਭਿਆਚਾਰ ਕਿਵੇਂ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ। ਪਾਤਸ਼ਾਹ ਕਹਿੰਦੇ ਮਨ ਹਾਲੀ
किरसानी करनी, सरम पानी तन खेत, नाम बीज संतोख सुहागा रख गरीबी वेस, हाली किरसानी सुहागा खेत आईयां गल्लां गुरबाणी दे विच ने। फिर इस तो अगे चलो, जैसे किरसान बोवे किरसानी, काची पाकी बाढ़ फरानी। ਇਹਦਾ मतलब है ये काम साडा अज दा नहीं, ये साडा बड़ा लंबे समय तो चलिया आ रहा है ते इहनूं कल्ला गुरु नानक साहब तक सीमित ना रखिया जे। जे सिंधु घाटी दी सभ्यता भी पढ़ोगे ते ਉਹਦੇ ਵਿੱਚ भी ਤੁਹਾਨੂੰ खेती ਦੀਆਂ बड़ियां ऐसियां उदाहरणां एग्जाम्पल्स ਜਿਹੜੀਆਂ ਨੇ ਉਹ ਮਿਲ ਜਾਣਗੀਆਂ। लंबे समय तो किसान करदा आ रहा, किसान की बेहतरी वाले पासे ध्यान दिओ, ना कि ਉਹਨੂੰ कहो भी आ ਜਿਹੜੀਆਂ चीज़ां ने तेरे कोलों लैके इधर दे देंगे। मन लो मैं जमीन दीप सिद्धू वीर दी ठेके ते ले ली, मन लो ਹੁਣ ਇੱਥੇ ਕੋਈ ਇਹ ਨਾ ਸੋਚ ਲਿਆ ਜੀ ਇਹਨਾਂ ਦਾ ਤੇ ਆਪਸੀ ਵੀ ਗੱਲਬਾਤ ਚੱਲਦੀ ਹੋਣੀ, ਕੋਈ ਜ਼ਮੀਨ ਦਾ ਲੈਣ ਦੇਣ ਹੋਣਾ, ਉਹ ਨਹੀਂ, ਮੈਂ ਉਦਾਹਰਨ ਦੇ ਰਿਹਾ ਵਾਂ। ਮੰਨ ਲਓ ਲੈ ਲਈ, ਹੁਣ ਉਹ ਜਿਹੜੀ ਜ਼ਮੀਨ ਮੈਂ ਠੇਕੇ ਤੇ ਲਈ ਹੈ ਨਾ, ਉਹ ਇੱਕ ਫਸਲ ਵਾਸਤੇ ਜਾਂ ਇੱਕ ਸਾਲ ਵਾਸਤੇ ਆ, ਉਹ ਸਾਡਾ ਆਪਸ ਦੇ ਵਿੱਚ ਜਾਂ ਜ਼ਬਾਨੀ ਹੋ ਜਾਂਦਾ ਹੈ, ਬੋਲੋ ਵੀ ਜ਼ਬਾਨੀ ਹੋ ਜਾਂਦਾ ਹੈ। ਜੇ ਜ਼ਬਾਨੀ ਨਾ ਹੋਵੇ, ਮਾੜਾ ਮੋਟਾ ਕਿਤੇ ਆ ਕੇ ਦੋਵੇਂ ਸਿਆਣੇ ਵੀਰ ਕਹਿ ਦਿੰਦੇ ਲਿਖਤੀ ਕਰ ਲਓ, ਲਿਖਤੀ ਹੋ ਗਿਆ। ਪਰ ਜਿਹੜੀ ਜ਼ਮੀਨ ਮੈਂ ਦੀਪ ਸਿੱਧੂ ਵੀਰ ਨੂੰ ਦਿੱਤੀ ਹੈ, ਜਾਂ ਦੀਪ ਸਿੱਧੂ ਵੀਰ ਦੀ ਜ਼ਮੀਨ ਮੈਂ ਠੇਕੇ ਤੇ ਲਈ ਹੈ, ਕਿਤੇ ਰੱਖਿਆ, ਜੇ ਮੈਂ ਉਹਦੇ ਵਿੱਚ ਵਾਹੀ ਕਰ ਸਕਦਾ ਵਾਂ, ਮੈਂ ਉਸ ਜ਼ਮੀਨ ਦੇ ਉੱਪਰ ਲੋਨ ਨਹੀਂ ਕਢਾ ਸਕਦਾ। ਬੋਲੋ ਇਸੇ ਪ੍ਰਕਾਰ ਹੁੰਦਾ। ਜੇ ਜ਼ਮੀਨ ਤੁਹਾਡੀ ਦੇ ਉੱਪਰ ਕੋਈ ਵੱਡੀ ਕੰਪਨੀ ਆਪਣਾ ਲੋਨ ਲੈ ਲੈਂਦੀ ਹੈ, ਤੇ ਚੇਤੇ ਰੱਖਿਆ ਜੇ ਡਾਕੂਮੈਂਟ ਜਿਹੜੇ ਉੱਥੇ ਰੱਖੇ ਜਾਣੇ ਨੇ, ਉਹ ਕਿਹਦੇ ਰੱਖੇ ਜਾਣੇ ਆ? ਤੁਹਾਡੇ। ਕਦੀ ਅੱਜ ਤੱਕ ਐਸਾ ਹੋਇਆ ਸੀ ਪਟੇਦਾਰ ਮਾਲਕ ਬਣ ਜਾਵੇ? ਨਹੀਂ ਸੀ ਹੋਇਆ। ਪਰ ਅੱਜ ਐਸਾ ਹੋਣ ਲੱਗ ਪਿਆ। ਜਦੋਂ ਆਹ ਗੱਲ ਕਿਸਾਨਾਂ ਦੇ ਦਿਲੋਂ ਦਿਮਾਗ ਵਿੱਚ ਕੰਟੈਕਟ ਫਾਰਮਿੰਗ ਵਾਲੀ ਪੈਂਦੀ ਪਈ ਹੈ, ਅਦਾਲਤਾਂ ਬਾਹਰ ਕੱਢ ਦਿੱਤੀਆਂ। ਅਦਾਲਤ ਦਾ ਬਾਹਰ ਕੱਢਣਾ ਕੀ ਹੈ ਪਤਾ? ਬੜਾ ਕੁਝ ਇਹ ਗੱਲਾਂ ਕਲੀਅਰ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ। ਸੋ ਇਸ ਕਰਕੇ ਇੱਥੋਂ ਕੁਝ ਵੀਰਾਂ ਦਾ ਖਿਆਲ ਐਸਾ ਹੈ ਕਿ ਭਾਜੀ ਆਪਣੇ ਸ਼ੰਭੂ ਬਾਰਡਰ ਮੋਰਚੇ ਦੇ ਵਿੱਚੋਂ ਉਹ ਬਿੱਲ ਵਾਪਸ ਹੋ ਜਾਣਗੇ। ਮੈਂ ਕਿਹਾ ਨਹੀਂ, ਇੱਥੋਂ ਤੁਹਾਨੂੰ ਜਾਣਕਾਰੀਆਂ ਦਿੱਤੀਆਂ ਜਾਣੀਆਂ ਨੇ, ਚੈਲੰਜ ਜਿਹੜੇ ਨੇ ਅੱਗੇ ਵੀ ਆਉਂਦੇ ਰਹਿਣਗੇ, ਉਹਨਾਂ ਬਾਰੇ ਦੱਸਿਆ ਜਾਵੇਗਾ ਵੀ ਆਪਣੇ ਆਪ ਨੂੰ ਕਿਹੋ ਜਿਹਾ ਮੈਂਟਲੀ ਪ੍ਰਪੇਅਰ ਕਰਨਾ ਤੇ ਕਿਹੋ ਜਿਹਾ ਅਗਲੇ ਪਾਸੇ ਐਕਟ ਦੇ ਵਿੱਚ ਲੈ ਕੇ ਆਉਣਾ। ਤੀਜੇ ਨੰਬਰ ਦੇ ਉੱਪਰ ਇੱਥੋਂ ਅਸੀਂ ਆਵਾਜ਼ ਵੀ ਬੁਲੰਦ ਕਰਨੀ ਹੈ ਕਿ ਸਾਡੀ ਆਵਾਜ਼ ਉਹਨਾਂ ਲੋਕਾਂ ਤੱਕ ਆਪੜੇ ਜਿਹੜੇ ਲੋਕ ਇਹ ਸਾਰਾ ਕੰਮ ਕਰਦੇ ਨੇ। ਮੈਂ ਤੇ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਵਿਸ਼ਾ ਲੱਗਾ ਜੇ ਸੰਕੋਚਨ। ਗੁਰਮਤ ਮਾਰਤੰਡ ਦੇ ਵਿੱਚ ਕਾਹਨ ਸਿੰਘ ਨਾਭਾ ਨੇ ਬੜਾ ਸੋਹਣਾ ਲਿਖਿਆ। ਗੁਰਮਤ ਮਾਰਤੰਡ ਦੇ ਵਿੱਚ ਕਾਹਨ ਸਿੰਘ ਨਾਭਾ ਨੇ ਬੜਾ ਸੋਹਣਾ ਲਿਖਿਆ, ਕਿਉਂਕਿ ਪ੍ਰਚਾਰਕ ਵੀ ਹੈ ਨਾ, ਮੈਂ ਉਦਾਹਰਨਾਂ ਤੁਹਾਨੂੰ ਇਸ ਪਾਸੇ ਜ਼ਿਆਦੀਆਂ ਦਿਆਂਗਾ। ਉਹ ਕਹਿੰਦਾ ਵੀ ਜੇ ਦੁਨੀਆ ਕਹੇ ਵੀ ਫਲਾਣਾ ਬੜਾ ਉੱਚ ਕੋਟੀ ਦਾ ਸਾਧੂ ਹੈ, ਕਹਿੰਦੇ ਸਾਧੂ ਹੋਣ ਦਾ ਉਹਦਾ ਪੈਮਾਨਾ ਕੀ ਹੈ? ਵੈਸੇ ਅੱਜ ਕੱਲ੍ਹ ਤੇ ਸਾਡੇ ਨੌਜਵਾਨ ਬੈਠੇ ਨੇ, ਇਹਨਾਂ ਦਾ ਪੈਮਾਨਾ ਪਤਾ ਕਿਹੜਾ? ਕਹਿੰਦੇ ਜਿੱਡੀ ਵੱਡੀ ਗੱਡੀ ਓਡਾ ਵੱਡਾ ਬਾਬਾ। ਬੋਲੋ ਹੈ ਨਾ, ਜਿੱਡੀ ਵੱਡੀ ਗੱਡੀ ਓਡਾ ਵੱਡਾ ਬਾਬਾ, ਜਿੱਡਾ ਵੱਡਾ ਡੇਰਾ ਓਡਾ ਵੱਡਾ ਬਾਬਾ, ਤੇ ਜਿੱਡੇ ਵੱਡੇ ਵੱਡੇ ਬੰਦੇ ਉਹਨੂੰ ਮਿਲਣ ਆਉਂਦੇ ਨੇ ਓਡਾ ਵੱਡਾ ਬਾਬਾ। ਸਾਡੇ ਪੈਮਾਨੇ ਆ ਬਣ ਗਏ। ਪੈਮਾਨਾ ਇਹ ਨਹੀਂ ਹੁੰਦਾ। ਇੱਕ ਅਮੀਰ ਨੂੰ ਮਾਪਣ ਦਾ ਪੈਮਾਨਾ ਵੱਖਰਾ ਹੁੰਦਾ ਹੈ, ਇੱਕ ਸਾਧੂ ਨੂੰ ਮਾਪਣ ਦਾ ਪੈਮਾਨਾ ਵੱਖਰਾ ਹੁੰਦਾ ਹੈ। ਕਾਹਨ ਸਿੰਘ ਨਾਭਾ ਨੇ ਬੜਾ ਸੁੰਦਰ ਪੈਮਾਨਾ ਦਿੱਤਾ। ਕਹਿੰਦੇ ਇੱਕ ਸਾਧੂ ਪਾਣੀ ਦੇ ਵਿੱਚ ਜਾ ਕੇ ਖਲੋ ਗਿਆ, ਜਾਂ ਤੁਸੀਂ ਧੂਣੀਆਂ ਵਾਲੇ ਬਾਬੇ ਵੇਖੇ ਜਿਹੜੇ ਧੂਣੀ ਲਾਉਂਦੇ ਆ, ਹੈਨਾ? ਹੁਣ ਜੇ ਕੋਈ ਉਸ ਬਾਬੇ ਦਾ ਚੇਲਾ ਹੋਇਆ, ਗੁੱਸਾ ਨਹੀਂ ਮੇਰੇ ਤੇ ਕਰਨਾ, ਹਾਂ ਇਹ ਗੱਲ ਮੈਂ ਨਾਲ ਕਹਿ ਦਿਆਂ। ਉਹ ਪਤਾ ਕੀ ਕਰਦੇ ਆ? ਧੂਣੀ ਲਾ ਕੇ ਬੈਠੇ ਹੁੰਦੇ ਆ, ਗਰਮੀ ਦੇ ਵਿੱਚ ਆਪਣੇ ਆਪ ਨੂੰ ਸਾੜ ਰਹੇ ਹੁੰਦੇ ਆ। ਜਦਕਿ ਗੁਰਬਾਣੀ ਵਿੱਚ ਲਿਖਿਆ ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ। ਬਾਪੂ ਮੇਰਾ ਕਹਿੰਦਾ ਵੀ ਸਰੀਰ ਨੂੰ ਤਪਾ ਨਾ ਤੰਦੂਰ ਵਾਂਗੂ, ਹੱਡਾਂ ਨੂੰ ਬਾਲਣ ਵਾਂਗੂ ਬਾਲਣਾ। ਇਹ ਰੱਬ ਨੂੰ ਮਿਲਣ ਦਾ ਰਾਹ ਥੋੜਾ ਹੈ। ਗੁਰਬਾਣੀ ਨੇ ਵੈਸੇ ਸਾਨੂੰ ਬੜਾ ਅਪਡੇਟ ਕੀਤਾ, ਅਸੀਂ ਅਪ ਟੂ ਡੇਟ ਚੱਲਦੇ ਫਿਰਦੇ ਹਾਂ। ਔਰ ਸੁਣਿਆ ਜੀ, ਉਹ ਕਹਿੰਦੇ ਵੀ ਜੇ ਉਹ ਸਾਧੂ ਧੂਣੀ ਲਾ ਕੇ ਬੈਠਾ ਆਪਣਾ ਚੰਮ ਸਾੜਦਾ ਪਿਆ, ਤੇ ਸਾਡੇ ਵਾਲੇ ਪਤਾ ਕੀ ਕਹਿੰਦੇ? ਵੇਖੋ ਜੀ, ਜੇਠ ਹਾੜ ਦੇ ਦਿਨ ਨੇ, ਬਾਬਾ ਜੀ ਧੂਣੀ ਲਾ ਕੇ ਬੈਠਾ, ਧੰਨ ਹੈ ਬਾਬਾ, ਧੰਨ ਹੈ ਬਾਬਾ। ਕਾਹਨ ਸਿੰਘ ਨਾਭਾ ਕਹਿੰਦਾ ਵੀ ਜੇ ਉਹ ਲਾ ਕੇ ਬੈਠਾ ਉਹਦਾ ਕੋਈ ਨਿੱਜੀ ਸਵਾਰਥ ਹੋਵੇਗਾ, ਤੁਹਾਨੂੰ ਕੀ ਫਾਇਦਾ ਹੈ? ਤੇ ਪੁੱਛਿਆ ਪਰ ਸਾਧੂ ਕੌਣ ਹੈ? ਕਹਿਣ ਲੱਗੇ ਜਿਹੜਾ ਇਸ ਕੰਮ ਦੇ ਵਿੱਚ ਆਪਣੇ ਤਨ ਨੂੰ ਸਾੜਦਾ ਉਹ ਸਾਧੂ ਨਹੀਂ। ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਲਿਖਿਆ, ਕਹਿਣ ਲੱਗੇ ਜਿਹੜਾ ਖੇਤਾਂ ਦੇ ਵਿੱਚ ਜੇਠ ਹਾੜ ਦੇ ਦਿਨਾਂ ਵਿੱਚ ਕੰਮ ਕਰਦਾ ਪਿਆ ਸਾਡਾ ਕਿਸਾਨ, ਤੇ ਧੁੱਪਾਂ ਆਪਣੇ ਪਿੰਡੇ ਤੇ ਝੱਲ ਕੇ ਪਿੰਡਾ ਸਾੜਦਾ ਪਿਆ, ਅੰਨ ਪੈਦਾ ਕਰਦਾ ਹੈ, ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਵੀ ਪਾ ਰਿਹਾ ਤੇ ਲੋਕਾਂ ਦੇ ਮੂੰਹ 'ਚ ਵੀ ਪਾ ਰਿਹਾ, ਕਹਿਣ ਲੱਗੇ ਉਹ ਜੇ ਅਸਲੀ ਸਾਧੂ।
ਕਾਹਨ ਸਿੰਘ ਨਾਭਾ ਦੀ ਪਰਿਭਾਸ਼ਾ ਦੇਖੋ कैसी, कभी देखो किथे बंदा लै गया। और एक गल तो तुसीं वेखी होवेगी, वैसे तो अपने आप दे भी ला लिया जे, अपने बापूआं नूं वेखिया होना है, जदों बनैन पाई हुंदी सी, बनैन ते खेतां विचों काम करके आउणा, बनैन ते देनी लाह ते बनैन पिंडे ते बन जांदी सी। बोलो बई बनदी सी ना। बाकी सारा चम काला, बनैन वाली थां थोड़ी जी चिट्टी जी हुंदी सी। इथों पता लगदा सी भी बापू ने धुप दे विच अपना चम साड़िया। हुण बापू ने चम साड़िया ते बापू ने साडे मूँह च भी अन्न पाया, जे बापू ने चम साड़िया ते उहने लोकां दे मूँह च भी पाया, ते जे हुण इक धूनी ला के बैठा ते मैनूं नहीं पता भी उहदा फायदा किहनूं होण वाला है। बोलो बई, है ना। सो इस करके सानूं समझना पैना है, साडे किसान भरावां ने बड़े अजीबो गरीब तरीके नाल जमीनां आबाद कीतियां, सप्पां दीयां सरियां मिद्धियां, बड़े औखे होके ते अज जदों थोड़ा जिहा स्टैंड लगदे आ होण, स्वामीनाथन दी रिपोर्ट जिहड़ी ओह लागू नहीं हुंदी, हर सरकार तुहानूं एक लोलीपॉप दे दिंदी है भी आवेगी आवेगी, असीं आस विच अगे तुरे जांदे आ। पर जदों इहो जिहियां गल्लां साडे कंनां दे विच पैंदियां ने ते फिर उहदे नाल किते ना किते असीं थोड़ा जिहा महसूस करदे आ भी साडी किसानी दे हक दे विच कोई भी नहीं है। अज जदों कोरीडोर खुला सी करतारपुर साहिब वाले पासे दा लंघा, ते मैं खड़ा इंज करके वेखी जावां ते एक वीर मेरे मोढे ते हत्थ रख के कहंदा मखू जी, मैं कहा हाँ जी। कहंदा भाजी की वेखदे पए उत्थों? मैं कहा मैं वेखदा पिया भी ओह जिहड़ी जमीन है ना, ਉਹਦੇ ਵਿੱਚ ਮੇਰਾ ਬਾਬਾ ਹਲ ਵਾਹੁੰਦਾ ਹੁੰਦਾ ਸੀ, ਆਹ ਜਿਹੜੀ ਜ਼ਮੀਨ ਹੈ ਮੇਰਾ ਬਾਬਾ ਨੱਕੇ ਮੋੜਦਾ ਹੁੰਦਾ ਸੀ। ਖਿਆਲ ਕਰਿਆ ਜੀ, ਜਦੋਂ ਮੈਂ ਆਪਣੇ ਢੰਗ ਨਾਲ ਗੱਲ ਕਰਦਾ ਪਿਆ ਸਾਂ ਤੇ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਹੜੇ ਬਾਬੇ ਨੇ ਮੈਨੂੰ ਕਿਹਾ ਕਿਰਤ ਕਰੋ, ਉਹ ਬਾਬਾ ਆਪ ਕਿਰਤੀ ਸੀ। ਪ੍ਰੈਕਟੀਕਲ ਹੈ, ਮੇਰੇ ਗੁਰੂ ਨਾਨਕ ਦੇ ਘਰ ਦੇ ਵਿੱਚ ਗੱਲਾਂ ਨਹੀਂ ਹੈ, ਪ੍ਰੈਕਟੀਕਲ ਹੈ। ਕਥਨੀ ਜੋ ਬਾਬਾ ਨੇ ਸਾਨੂੰ ਗੁਰਬਾਣੀ ਵਿੱਚ ਕਿਹਾ ਤੇ ਕਰਨੀ ਉਹਨਾਂ ਦੀ ਹਿਸਟਰੀ ਜਿਹੜੀ ਉਹ ਪ੍ਰੈਕਟੀਕਲ ਹੈ ਵੀ ਬੇਟਾ ਮੈਂ ਕੱਲਾ ਕਿਹਾ ਨਹੀਂ, ਮੈਂ ਕਰ ਰਿਹਾ ਵਾਂ। ਤੇ ਅਸੀਂ ਬਾਬੇ ਦੇ ਨਕਸ਼ੇ ਕਦਮ ਤੇ ਅੱਗੇ ਚੱਲਦੇ ਹੋਏ ਕਿਰਤੀ ਬਣੇ, ਕਿਰਤੀ ਕਰਦੇ ਹੋਏ ਇੱਥੇ ਆਏ ਤੇ ਜਦੋਂ ਇੱਥੇ ਫਿਰ ਲੋਟੂ ਸਰਕਾਰਾਂ ਮਿਲ ਗਈਆਂ ਤੇ ਸਾਡਾ ਦਿਲ ਦੁਖਿਆ। ਸੋ ਆਓ ਇੱਥੋਂ ਆਪਾਂ ਇੱਕ ਮੈਸੇਜ ਲੈ ਕੇ ਜਾਣਾ ਵੀ ਆਪਣੀ ਤਿਆਰੀ ਕਿਵੇਂ ਕਰਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੈਲੰਜ ਆਉਣੇ ਨੇ, ਉਦੋਂ ਆਪਣੇ ਆਪ ਨੂੰ ਕਿਹੋ ਜਿਹਾ ਤਿਆਰ ਕਰਨਾ। ਢਹਿ ਢੇਰੀ ਥੋੜਾ ਹੋ ਜਾਣਾ ਵੀ ਨਾ ਮੈਂ ਕੀਤੀ ਮਰ ਗਈ, ਮੈਂ ਗਲ ਦੇ ਵਿੱਚ ਫਾਹਾ ਲੱਗਾ ਪਾਉਣ, ਫਾਹਾ ਕੋ ਹੱਲ ਥੋੜਾ ਹੁੰਦਾ ਹੈ। ਤੇ ਕਮਜ਼ੋਰ ਲੋਕਾਂ ਦੀਆਂ, ਹਾਰੇ ਹੋਏ ਲੋਕਾਂ ਦੀਆਂ ਨਿਸ਼ਾਨੀਆਂ ਨੇ, ਆਪਾਂ ਤਿਆਰੀ ਕਰਨੀ ਹੈ। ਸੋ ਇਹਨਾਂ ਕੁਝ ਕਹਿੰਦਾ ਮੈਂ ਕੀਮਤ ਦਾ ਜਾਚਕ ਹਾਂ। ਮੈਨੂੰ ਲੱਗਦਾ ਵੀ ਬੋਲਦਾ ਬੋਲਦਾ ਵਾਹਵਾ ਹੀ ਲੰਮਾ ਸਮਾਂ ਬੋਲ ਗਿਆ ਵਾਂ, ਮਾਫੀ ਚਾਹੁੰਦਾ ਵਾਂ, ਬੁਲਾਰਾ ਵਾਂ। ਕਈ ਵਾਰੀ ਰੁਕਦਿਆਂ ਵੀ 5-7 ਮਿੰਟ ਲੰਘ ਹੀ ਜਾਂਦੇ ਆ। ਪਰ ਮੇਰੇ ਨਾਲ ਬੜੇ ਪਿਆਰ ਵਾਲੇ ਵੀਰ ਕਾਲਾ ਸੰਘਿਆ ਤੋਂ ਮੈਨੂੰ ਕਹਿੰਦੇ ਕਿੱਥੇ ਹੋ? ਮੈਂ ਕਿਹਾ ਮੈਂ ਮਖੂ ਹੀ ਹਾਂ। ਕਹਿੰਦੇ ਆਪਾਂ ਪਰਸੋਂ ਜਾਣਾ। ਮੈਂ ਕਿੱਥੇ? ਕਹਿਣ ਲੱਗੇ ਮੋਰਚੇ ਤੇ ਜਿੱਥੇ ਦੀਪ ਸਿੱਧੂ ਵੀਰਾਂ ਨੇ ਮੋਰਚਾ ਲਾਇਆ। ਤੇ ਕਹਿੰਦੇ ਵੀ ਤੁਸੀਂ ਸਾਡੇ ਨਾਲ ਚੱਲੋ। ਮੈਂ ਕਿਹਾ ਚਲੋ ਠੀਕ ਹੈ। ਜਦੋਂ ਸਵੇਰੇ ਗੁਰਦੁਆਰਾ ਸਾਹਿਬ ਤੋਂ ਅਸੀਂ ਚੱਲੇ ਨਾ ਕਾਲਾ ਸੰਘਿਆ, ਮੈਂ ਸਵੇਰੇ ਆਪੜਿਆ ਤੇ ਕਾਲਾ ਸੰਘਿਆ ਤੋਂ ਜਦੋਂ ਅਸੀਂ ਤੁਰਨ ਲੱਗੇ ਤੇ ਮੈਂ ਗੱਡੀ ਆਪਣੀ ਅੰਦਰ ਲਾਤੀ। ਮੈਨੂੰ ਕਹਿੰਦੇ ਗੱਡੀ ਤੇ ਨਹੀਂ ਜਾਣਾ। ਮੈਂ ਕਿਹਾ ਮੈਂ ਤੁਹਾਡੇ ਨਾਲ ਬੱਸ ਹੀ ਜਾਵਾਂਗਾ। ਜਿਹੜਾ ਤੁਹਾਡੇ ਨਾਲ ਮੇਰਾ ਦਿਲ ਲੱਗਣਾ ਨਾ, ਉਹ ਗੱਡੀ ਦੇ ਵਿੱਚ ਮੇਰਾ ਦਿਲ ਨਹੀਂ ਲੱਗਣਾ। ਤੁਹਾਡੇ ਨਾਲ ਹੀ ਬੱਸ ਦੇ ਵਿੱਚ ਜਾਵਾਂਗਾ, ਆਪਾਂ ਇਕੱਠੇ ਜਾਵਾਂਗੇ। ਤੇ ਵੀਰ ਕਹਿੰਦੇ ਵੀ ਆਪਾਂ ਬੱਸ ਹੋ ਸਕਦਾ ਲੇਟ ਹੋ ਜਾਵੇ। ਤੇ ਮੈਂ ਕਿਹਾ ਜੇ ਲੇਟ ਹੋ ਜਾਵੇ ਸੌਵਾਂਗੇ ਵੀ ਤੁਹਾਡੇ ਕੋਲੇ ਤੇ ਕੱਲ ਜਾਵਾਂਗੇ। ਨਹੀਂ ਭਾਈ, ਸਾਡੀਆਂ ਦੇਖੋ ਬਲੱਡ ਰਿਲੇਸ਼ਨ ਕੋਈ ਨਹੀਂ ਆਪਣਾ, ਆਪਣੇ ਵਿਚਾਰਾਂ ਦੇ ਨਾਤੇ ਨੇ ਯਾਰ, ਆਪਣਾ ਖੂਨ ਦਾ ਨਾਤਾ ਕੋਈ ਨਹੀਂ ਹੈ। ਦੀਪ ਸਿੱਧੂ ਵੀਰ ਦੇ ਵਿਚਾਰ ਮੈਨੂੰ ਚੰਗੇ ਲੱਗੇ। ਮੈਂ ਮੇਰਠ ਤੋਂ ਵਾਪਸ ਆ ਰਿਹਾ ਸਾਂ, ਅਸੀਂ 2 ਘੰਟੇ ਇੱਥੇ ਲਾ ਕੇ ਗਏ। ਵਿਚਾਰ ਚੰਗੇ ਲੱਗੇ। ਮੈਂ ਦੇਖਿਆ ਵੀ ਇਹਨਾਂ ਦੇ ਵਿਰੋਧ ਵਿੱਚ ਕੁਝ ਲੋਕ ਬੋਲੇ ਨੇ। ਕੋਈ ਇੱਥੋਂ ਤੱਕ ਕਹਿ ਰਹੇ ਵੀ ਸ਼ਾਮ ਨੂੰ ਉੱਥੇ ਪਿਕਨਿਕ ਮਨਾਉਂਦੇ ਆ। ਦੇਖੋ ਆਹ ਗੱਲਾਂ ਵੀ ਆਈਆਂ ਸਾਹਮਣੇ, ਹਨਾ। ਜੇ ਅਸੀਂ 4 ਭਰਾ ਇਕੱਠੇ ਹੋ ਕੇ ਹਾਸਾ ਖੇਡਾ ਵੀ ਕਰ ਲਾਂਗੇ, ਕੀ ਹੈ ਕਿ ਗੁਰਮਤ ਕਹਿੰਦੀ ਹੱਸੋ ਨਾ। ਬੋਲੋ ਬਈ। ਇੱਕ ਦਿਨ ਮੈਨੂੰ ਵੀ ਇੱਕ ਵੀਰ ਮਿਲਿਆ, ਕਹਿੰਦਾ ਭਾਈ ਸਾਹਿਬ। ਮੈਂ ਕਿਹਾ ਹਾਂਜੀ। ਕਹਿੰਦਾ ਜੋ ਮੈਨੂੰ ਸਮਝ ਪਈ ਹੈ। ਮੈਂ ਕਿਹਾ ਕੀ ਸਮਝ ਪਈ ਹੈ? ਕਹਿੰਦਾ ਮੈਨੂੰ ਸਮਝ ਪਈ ਜਦੋਂ ਰੱਬ ਦੀ ਗੱਲ ਕਰੀ ਦੀ ਚਿਹਰੇ ਤੋਂ ਹਾਸਾ ਗਾਇਬ ਹੋ ਜਾਂਦਾ ਹੈ। ਮੈਂ ਕਿਹਾ ਫੇਰ? ਕਹਿੰਦਾ ਜਦੋਂ ਹੋਰ ਡੂੰਘੇ ਚਲੇ ਜਾਈਦਾ ਨਾ ਤੇ ਕਹਿੰਦਾ ਅੱਖਾਂ ਚੋਂ ਪਾਣੀ ਵਗਣ ਲੱਗ ਪੈਂਦਾ। ਮੈਂ ਕਿਹਾ ਭਰਾਵਾ ਤੂੰ ਰੋ, ਮੈਂ ਨਹੀਂ ਰੋਣਾ। ਮੈਂ ਕਿਹਾ ਮੈਨੂੰ ਤੇ ਸਮਝ ਪਈ ਏ ਹਰ ਜਨ ਗੁਣ ਗਾਵਤ ਹੱਸਿਆ। ਅਸੀਂ ਗੁਣ ਵੀ ਰੱਬ ਦੇ ਗਾਉਣੇ ਨੇ ਤੇ ਹੱਸ ਹੱਸ ਕੇ ਗਾਉਣੇ ਨੇ। ਬੋਲੋ ਬਈ, ਹੈ ਐਵੇਂ ਕਿਉਂ ਰੋਣ ਵਰਗੇ ਮੂੰਹ ਕੀਤੇ ਜਾਣ? ਆਮ ਕਰਕੇ ਇੱਕ ਤਕੀਆ ਕਲਾਮ ਹੋ ਗਿਆ। ਪ੍ਰਦੇਸ਼ ਦੇ ਵਿੱਚ ਮੈਂ ਵੇਖਦਾ ਮੈਂ ਕੋਈ ਕਿਸੇ ਦੇ ਲਾਗੋਂ ਲੰਘਦਾ ਨਾ ਤੇ ਸਮਾਈਲ ਦਿੰਦੇ ਨੇ, ਹੈ ਨਾ। ਸਾਡੇ ਇੱਥੇ ਕਿਸੇ ਨੂੰ ਪੁੱਛਦੇ ਕੀ ਹਾਲ ਹੈ, ਕਹਿੰਦਾ ਚੜ੍ਹਦੀ ਕਲਾ। ਕੀ ਕਹਿੰਦੇ? ਤਕੀਆ ਕਲਾਮ ਬਣ ਗਿਆ, ਚੜ੍ਹਦੀ ਕਲਾ ਕਈ ਵਾਰੀ ਹੁੰਦੀ ਨਹੀਂ।
ਰੋਂਦਾ ਵੀ ਹੋਵੇ ਨਾ, ਰੋਂਦੇ ਨੂੰ ਵੀ ਪੁੱਛ ਲਓ ਵੀ ਬਈ ਕੀ ਹਾਲ ਹੈ, ਰੋਂਦਾ ਰੋਂਦਾ ਵੀ ਕਹਿੰਦਾ ਚੜ੍ਹਦੀ ਕਲਾ। ਇਹ ਕਿਹੜੀ ਚੜ੍ਹਦੀ ਕਲਾ ਹੈ? ਚੜ੍ਹਦੀ ਕਲਾ ਕਹਿਣ ਦੀ ਲੋੜ ਨਹੀਂ ਪੈਂਦੀ, ਤੁਹਾਡੇ ਚਿਹਰਿਆਂ ਤੋਂ ਝਲਕਦੀ ਵੀ ਸਿੰਘ ਚੜ੍ਹਦੀ ਕਲਾ ਦੇ ਵਿੱਚ। ਬੋਲੋ ਬਈ, ਗੁਰਬਾਣੀ ਪੜ੍ਹਦੇ ਨਾਨਕ ਭਗਤਾਂ ਸਦਾ ਵਿਗਾਸ ਵਿਗਾਸ ਖੇੜਾ। ਅੱਜ ਵਿਕਾਸ ਤੇ ਕੀਤਾ ਸੀ ਪਰ ਵਿਕਾਸ ਖਤਮ ਹੋ ਗਿਆ, ਖੇੜਾ ਖਤਮ ਹੋ ਗਿਆ, ਵਿਕਾਸ ਬਹੁਤ ਅੱਗੇ ਤੱਕ ਕਰ ਲਿਆ। ਗੁਰਮਤਿ ਕਹਿੰਦੀ ਖੇੜੇ ਵਿੱਚ ਰੱਖੋ। ਅਸੀਂ ਮੁੱਦਿਆਂ ਦੀ ਗੱਲ ਵੀ ਕਰਾਂਗੇ, ਪਰਿਵਾਰਕ ਗੱਲਾਂ ਬਾਤਾਂ ਵੀ ਕਰਾਂਗੇ, ਸਾਡੇ ਨੌਜਵਾਨ ਵੀਰ ਆਏ ਨੇ ਇਹਨਾਂ ਨਾਲ ਹਾਸਾ ਖੇਡਾ ਵੀ ਕਰਾਂਗੇ, ਸਾਰੇ ਕੰਮ ਕਰਾਂਗੇ। ਸਾਡਾ ਮੈਸੇਜ ਆਉਣਾ ਚਾਹੀਦਾ ਹੈ। ਹਾਂ, ਇੱਥੇ ਕੋਈ ਗਲਤ ਕੰਮ ਕਰੇ, ਕੋਈ ਨਸ਼ਿਆਂ ਨੂੰ ਪ੍ਰਮੋਟ ਕਰੇ ਤੇ ਫਿਰ ਆਪਾਂ ਕਹਿ ਸਕਦੇ ਵੀ ਭਾਈ ਗਲਤ ਹੈ। ਬਹੁਤ ਕੁਝ ਐਸਾ ਹੁੰਦਾ ਜਦੋਂ ਮੈਂ ਸੁਣਦਾ ਨਾ, ਦੇਖੋ ਜਿੱਥੇ ਸਾਂਝ ਹੁੰਦੀ ਹੈ ਉੱਥੇ ਦਰਦ ਵੀ ਹੁੰਦਾ। ਫਿਰ ਮੈਨੂੰ ਮਹਿਸੂਸ ਹੁੰਦਾ, ਮੈਂ ਆਪਣੇ ਪੇਜ ਤੋਂ ਕਈ ਵਾਰੀ ਬੜਾ ਕੁਝ ਲਿਖਿਆ। ਅਕਾਲ ਚੈਨਲ ਸਾਡਾ ਬਰਮਿੰਗਮ ਤੋਂ ਚੱਲਦਾ, ਯੂਕੇ ਤੋਂ, ਬਕਾਇਦਾ ਰੋਜ਼ਾਨਾ ਸਾਡਾ ਇੱਕ ਸਿੰਘ ਇੱਥੇ ਅਪੜਦਾ। ਕਿਤੇ ਕੋਈ ਬਹੁਤ ਜ਼ਰੂਰੀ ਕੰਮ ਹੋਵੇ ਤੇ ਨਹੀਂ ਅਪੜਿਆ ਜਾਂਦਾ, ਨਹੀਂ ਤੇ ਸਾਡਾ ਵੀਰ ਕਵਰੇਜ ਕਰਦੇ ਨੇ। ਜੇ ਨਹੀਂ ਅਪੜਿਆ ਜਾਂਦਾ ਤੇ ਸਾਡਾ ਕੋਈ ਨਾ ਕੋਈ ਵੀਰ ਇੱਥੋਂ ਦੀ ਕਵਰੇਜ ਉੱਥੇ ਅਪੜਾ ਦਿੰਦਾ। ਅਸੀਂ ਰੋਜ਼ਾਨਾ ਅਪਡੇਟ ਦੇ ਰਹੇ ਹਾਂ ਪੂਰੇ ਵਰਲਡ ਦੇ ਅੰਦਰ ਕਿ ਅੱਜ ਕੀ ਹੋਇਆ, ਅੱਜ ਕੌਣ ਕੌਣ ਆ ਕੇ ਬੋਲਿਆ, ਕੀ ਬੋਲਿਆ, ਇਹ ਸਾਰੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ। ਸੋ ਇੱਥੇ ਤੁਸੀਂ ਮੈਂਟਲੀ ਪ੍ਰਪੇਅਰ ਹੋਣ ਦੇ ਲਈ ਆ ਰਹੇ ਹੋ ਤੇ ਗੁਰੂ ਕਿਰਪਾ ਕਰੇ। ਮੈਂ ਆਸ ਕਰਦਾ ਨਾ ਕਿ ਕਈ ਵਾਰੀ ਨਾ ਸਿਆਣੇ ਕਹਿੰਦੇ ਚੁੱਪ ਵੀ ਬੜਾ ਖਲਾਰਾ ਪਾਉਂਦੀ ਹੈ। ਬੋਲੋ ਬਈ, ਕਈ ਵਾਰੀ ਨਾ ਰੌਲਾ ਪਾਉਣ ਦੀ ਲੋੜ ਨਹੀਂ ਪੈਂਦੀ, ਚੁੱਪ ਹੀ ਬੜਾ ਖਲਾਰਾ ਪਾ ਜਾਂਦੀ ਹੈ। ਸੋ ਮੈਨੂੰ ਲੱਗਦਾ ਵੀ ਤੁਹਾਡੀ ਇਹ ਚੁੱਪ ਬੜਾ ਦੂਰ ਤੱਕ ਆਵਾਜ਼ ਦੇ ਰਹੀ ਹੈ ਤੇ ਗੁਰੂ ਕਿਰਪਾ ਕਰੇ ਜਦੋਂ ਬੋਲਣ ਦਾ ਵਕਤ ਆਇਆ ਉਦੋਂ ਬਿਲਕੁਲ ਲੱਗੇ ਹੋ ਕੇ ਬੋਲਾਂਗੇ ਵੀ। ਪਰ ਅਜੇ ਆਪਣਾ ਮੈਸੇਜ ਫਿਲਹਾਲ ਦੀ ਘੜੀ ਐਨ ਨਿਸ਼ਾਨੇ ਦੇ ਉੱਪਰ ਜਾ ਰਿਹਾ ਹੈ। ਭੁੱਲਾਂ ਚੁੱਕਾਂ ਦੀ ਦਿਆ ਜੇ ਮੈਨੂੰ ਮਾਫੀ। ਧੰਨਵਾਦੀ ਹਾਂ ਇੱਥੋਂ ਦੇ ਸਾਰੇ ਪ੍ਰਬੰਧਕ ਸੱਜਣਾਂ ਦਾ ਜਿਹੜੇ ਮੈਨੇਜ ਕਰਦੇ ਨੇ। ਬਹੁਤ ਔਖਾ ਹੈ ਮੈਨੇਜ ਕਰਨਾ, ਬਹੁਤ ਔਖਾ ਹੈ, ਕਿਉਂਕਿ ਅਸੀਂ ਬਹੁਤਾਤ ਜਜ਼ਬਾਤੀ ਹੋਏ ਹੁੰਦੇ ਹਾਂ। ਉਹਨਾਂ ਦੇ ਜਜ਼ਬਾਤਾਂ ਨੂੰ ਇੱਕ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਬਹੁਤ ਔਖਾ ਕੰਮ ਹੈ। ਮੈਂ ਇਸ ਕੰਮ ਦੇ ਵਿੱਚੋਂ ਲੰਘਦਾ, ਮੈਨੂੰ ਪਤਾ ਹੈ ਕਈ ਵਾਰੀ ਸਾਡੇ ਤੋਂ ਬਾਹਰ ਹੋ ਜਾਂਦਾ, ਪਰ ਤੁਸੀਂ ਬੜੇ ਇੱਕ ਡਿਸਿਪਲਿਨ ਦੇ ਵਿੱਚ ਰਹਿ ਰਹੇ ਹੋ, ਮੈਨੂੰ ਬਹੁਤ ਚੰਗਾ ਲੱਗਾ। ਔਰ ਗੁਰੂ ਨੇ ਜਿਹੜਾ ਡਿਸਿਪਲਿਨ ਦਿੱਤਾ ਸੀ ਉਸ ਤਰੀਕੇ ਦੇ ਨਾਲ ਜੇ ਆਪਾਂ ਚੱਲਦੇ ਜਾਵਾਂਗੇ ਨਾ, ਅੱਛਾ ਮੈਸੇਜ ਆਵੇਗਾ। ਭੁੱਲਾਂ ਚੁੱਕਾਂ ਦੀ ਖਿਮਾ। ਧੰਨਵਾਦੀਆਂ ਦੀਪ ਸਿੱਧੂ ਵੀਰ ਦਾ, ਧੰਨਵਾਦੀਆਂ ਸਾਰੇ ਆਗੂਆਂ ਦਾ, ਸਟੇਟ ਸੈਕਟਰੀ ਵੀਰ ਦਾ, ਔਰ ਸਾਰੇ ਜਿੰਨੇ ਤੁਸੀਂ ਵੀਰ ਭਰਾ ਆਏ ਹੋ ਸਭਨਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਦੀ ਸਾਂਝ ਕਰਦਾ ਮੈਂ ਤੇ ਗੱਜ ਕੇ ਫਤਿਹ ਬੁਲਾਇਆ ਜੇ ਤੁਸੀਂ ਗੱਜ ਕੇ ਫਤਿਹ ਨਾ ਬੁਲਾਈ ਮੈਂ 5 ਮਿੰਟ ਹੋਰ ਲਾਵਾਂਗਾ। ਹਾਂ, ਗੱਜ ਕੇ ਬੁਲਾ ਦਿਆ ਜੇ ਫਤਿਹ, ਮੌਕਾ ਹੀ ਨਾ ਦਿਆ ਜੇ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।